ਸਨਮਾਨਯੋਗ ਗੁਰੂ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਪਰਮ ਪਵਿੱਤਰ ਹਜ਼ੂਰੀ ਵਿੱਚ ਬੈਠ ਕੇ ਆਪ ਜੀ ਨੇ ਗੁਰਬਾਣੀ ਕੀਰਤਨ ਸਰਵਣ ਕੀਤਾ ਹੈ। ਆਓ ਹੁਣ ਆਪਣੀਆਂ ਮਨੋਬਿਰਤੀਆਂ ਗੁਰਮਤਿ ਦੀ ਵਿਚਾਰਧਾਰਾ ਨਾਲ ਜੋੜੀਏ। ਆਪਾਂ ਕੁਛ ਪਿਛਲੇ ਸਮੇਂ ਤੋਂ ਭਗਤ ਧੰਨਾ ਜੀ ਦੀ ਪਵਿੱਤਰ ਬਾਣੀ 'ਤੇ ਆਧਾਰਿਤ ਵਿਚਾਰ ਕਰਦੇ ਆ ਰਹੇ ਹਾਂ, ਜਿਸ ਦੇ ਤਹਿਤ ਆਪਾਂ ਪਿੱਛੇ 3 ਸ਼ਬਦ ਸਮਝੇ ਹਨ। ਪਰਮਤ ਫਿਰਤ ਬਹੁ ਜਨਮ ਬਿਲਾਨੇ, ਗੋਬਿੰਦ 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 ਸੰਗ, ਅਤੇ ਰੇ ਚਿੱਤ ਚੇਤਸ ਕੀਨਾ ਦਇਆਲ ਦਮੋਦਰ। ਇਹ 3 ਸ਼ਬਦ ਆਪਾਂ ਵਿਚਾਰੇ ਨੇ। ਅੱਜ ਭਗਤ ਜੀ ਦਾ ਇਹ ਚੌਥਾ ਸ਼ਬਦ, ਯਾਨੀ ਉਸ ਲੜੀ ਵਿੱਚੋਂ ਚੌਥਾ ਸ਼ਬਦ ਭਗਤ ਜੀ ਦਾ ਇਹ ਤੀਜਾ ਸ਼ਬਦ ਹੈ। ਵਿੱਚ ਇੱਕ ਸ਼ਬਦ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸੀ। ਅੱਜ ਆਪਾਂ ਇਸ ਸ਼ਬਦ ਨੂੰ ਵਿਚਾਰਨਾ ਹੈ ਅਤੇ ਇਹ ਆਖਰੀ ਸ਼ਬਦ ਹੈ ਭਗਤ ਜੀ ਦੀ ਬਾਣੀ ਵਿੱਚ। ਇਹ ਪਾਵਨ ਸ਼ਬਦ ਰਾਗ ਧਨਾਸਰੀ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਨੰਬਰ 695 'ਤੇ ਦਰਜ ਹੈ। ਸੋ ਇਸ ਸ਼ਬਦ ਦੇ ਅੰਦਰ ਕੁਝ ਮੁੱਖ ਚੀਜ਼ਾਂ ਹਨ ਜਿਹੜੀਆਂ ਇਸ ਤਰ੍ਹਾਂ ਆਖੀਏ ਗੁਰਮਤਿ ਦੇ ਸਿਧਾਂਤ ਹਨ, ਜੋ ਇਸ ਸ਼ਬਦ ਵਿੱਚੋਂ ਸਾਡੇ ਸਾਹਮਣੇ ਆਉਂਦੇ ਨੇ। ਉਹ ਸਿਧਾਂਤ ਨੇ ਰੱਬ ਤੋਂ ਮੰਗਣਾ, ਕਿਸੇ ਹੋਰ ਤੋਂ ਨਹੀਂ, ਭਾਵ ਕਿਸੇ ਦੇਵੀ ਦੇਵਤੇ ਤੋਂ, ਕਿਸੇ ਸਾਧੂ ਸੰਤ ਤੋਂ, ਕਿਸੇ ਪੀਰ ਫਕੀਰ ਤੋਂ। ਅਗਲਾ ਬਚਨ ਭਗਤੀ ਕਰਨਾ ਹੁਕਮ ਨਹੀਂ। ਵਾਹਿਗੁਰੂ ਜੀ ਦਾ ਜਸ ਕਰਨਾ, ਉਹਦੀ ਸਿਫਤ ਸਲਾਹ ਕਰਨਾ, ਇਹ ਸਾਡਾ ਫਰਜ਼ ਬਣਦਾ ਹੈ। ਅਸੀਂ ਵਾਹਿਗੁਰੂ ਜੀ ਨੂੰ ਹੁਕਮ ਨਹੀਂ ਕਰਨਾ, ਉਸ ਨੂੰ ਹੁਕਮ ਅਸੀਂ ਕਰ ਨਹੀਂ ਸਕਦੇ। ਫਿਰ ਬਚਨ ਆਉਂਦਾ ਉਸ ਮਾਲਕ ਦੇ ਸੇਵਕ ਬਣਨਾ, ਉਹਦੇ ਮਾਲਕ ਬਣਨ ਦੀ ਕੋਸ਼ਿਸ਼ ਨਹੀਂ ਕਰਨੀ। ਆਪ ਮੰਗਣਾ, ਜੋ ਕੁਝ ਸਾਡੀਆਂ ਜ਼ਰੂਰਤਾਂ ਨੇ ਅਸੀਂ ਵਾਹਿਗੁਰੂ ਜੀ ਤੋਂ ਆਪ ਮੰਗੀਏ ਅਤੇ ਉਹ ਸਾਨੂੰ ਜ਼ਰੂਰ ਦੇਵੇਗਾ। ਕਿਸੇ ਕੋਲੋਂ ਮੰਗਵਾਉਣਾ ਨਹੀਂ, ਕਿਸੇ ਨੂੰ ਆਖਣ ਦੀ ਜ਼ਰੂਰਤ ਨਹੀਂ ਕਿ ਮੇਰੀ ਜਗ੍ਹਾ ਕੋਈ ਹੋਰ ਬੰਦਾ ਆਖੇ ਕਿ ਰੱਬ ਨੂੰ, ਰੱਬ ਜੀ ਇਸ ਬੰਦੇ ਨੂੰ ਆਹ ਜ਼ਰੂਰਤ ਹੈ, ਇਸ ਦੀ ਲੋੜ ਨਹੀਂ। ਫਿਰ ਇਸੇ ਸ਼ਬਦ ਵਿੱਚੋਂ ਆਪਾਂ ਸਮਝਣਾ ਹੈ ਕਿ ਮੰਗਣਾ ਅਕਸਰ ਕੀ ਹੈ। ਸੋ ਆਓ ਅਸੀਂ ਸ਼ੁਰੂ ਕਰਦੇ ਹਾਂ ਨੰਬਰ 1 ਤੋਂ ਕਿ ਇਹ ਸ਼ਬਦ ਦਾ ਆਰਤੀ ਨਾਲ ਕੋਈ ਸੰਬੰਧ ਨਹੀਂ। ਜਦੋਂ ਕਿ ਸਾਡੇ ਆਮ ਜਦੋਂ ਰਾਗੀ ਸਿੰਘ ਆਰਤੀ ਗਾਉਂਦੇ ਨੇ, ਯਾਨੀ ਇਸ ਤਰ੍ਹਾਂ ਆਖ ਲਈਏ ਆਰਤੀ ਦੇ ਸ਼ਬਦ ਗਾਉਂਦੇ ਨੇ, ਅਤੇ ਉਹਨਾਂ ਵਿੱਚ ਇਹ ਸ਼ਬਦ ਵੀ ਗਾਇਆ ਜਾਂਦਾ ਹੈ, ਪੜ੍ਹਿਆ ਜਾਂਦਾ ਹੈ। ਸੋ ਭੁਲੇਖਾ ਇੱਥੋਂ ਪੈਂਦਾ ਹੈ, ਜਿਹੜਾ ਸ਼ਬਦ ਆਰਤਾ ਹੈ ਨਾ, ਗੋਪਾਲ ਤੇਰਾ ਆਰਤਾ, ਇਸ ਆਰਤਾ ਸ਼ਬਦ ਤੋਂ ਐਸਾ ਭੁਲੇਖਾ ਪੈਂਦਾ ਹੈ ਕਿ ਸ਼ਾਇਦ ਇਹ ਵੀ ਆਰਤੀ ਨਾਲ ਸੰਬੰਧਿਤ ਸ਼ਬਦ ਹੈ। ਭਗਤ ਧੰਨਾ ਜੀ ਜ਼ਿਮੀਂਦਾਰ ਸਨ, ਜੱਟ ਸਨ, ਅਤੇ ਭਾਈ ਕਾਹਨ ਸਿੰਘ ਜੀ ਨੇ ਲਿਖਿਆ ਕਿ ਰਾਗੀ ਸਿੰਘਾਂ ਨੇ ਜਾਂ ਇਹ ਕੀਰਤਨ ਕਰਨ ਵਾਲਿਆਂ ਨੇ ਇਸ ਤਰ੍ਹਾਂ ਸਮਝ ਲਿਆ
कि वेखो बाकी भगतां ने तां आरती कीती रब दी, धन्ना जट जिमीदार सी उहने आरता कीता। इस तरह की गल इन्हां दे मनां विच आउंदी ते इन्हां ने इस शब्द नूं आरती वाले शब्दां विच जोड़ लिया। ਅਸੀਂ ਜਦੋਂ ਆਰਤੀ ਵਾਲੇ ਸ਼ਬਦ ਪੜ੍ਹਦੇ ਹਾਂ ਤੇ ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਤੁਸੀਂ ਰੋਜ਼ ਹੀ ਪੜ੍ਹਦੇ ਹੋ, ਜਿਹੜੇ ਸੋਹਲਾ ਸਾਹਿਬ ਜੀ ਦਾ ਪਾਠ ਕਰਦੇ ਨੇ, ਉਹਦੇ ਵਿੱਚ ਹੈ ਗਗਨਮय ਥਾਲ ਰਾਵਿ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਫੂਲੰਤ ਜੋਤੀ। ਸਾਰਾ ਸ਼ਬਦ ਤੁਸੀਂ ਆਪ ਪੜ੍ਹ ਲੈਣਾ। ਉਹਦੇ ਵਿੱਚ ਜੋ ਆਰਤੀ ਨਾਲ ਸੰਬੰਧਿਤ ਚੀਜ਼ਾਂ ਨੇ ਉਹਨਾਂ ਦਾ ਵਰਣਨ ਕੀਤਾ ਗਿਆ ਹੈ। ਆਰਤੀ ਨਾਲ ਸੰਬੰਧਿਤ ਚੀਜ਼ਾਂ ਕੀ ਨੇ? ਆਰਤੀ ਕਰਨ ਵਾਲਿਆਂ ਕੋਲ ਥਾਲ ਹੁੰਦਾ ਹੈ, ਥਾਲ ਵਿੱਚ ਦੀਵੇ ਜਗਾ ਕੇ ਰੱਖੇ ਜਾਂਦੇ ਨੇ, ਫੁੱਲ ਆਦਿਕ ਰੱਖੇ ਹੁੰਦੇ ਨੇ, ਹੋਰ ਮਾਇਆ ਆਦਿਕ ਉਹਦੇ ਵਿੱਚ ਪਾਈ ਹੁੰਦੀ ਏ, ਸੰਖ ਵਜਾਉਂਦੇ ਨੇ, ਧੂਪ ਦਿਖਾਉਂਦੇ ਨੇ। ਇਹ ਸਾਰੀਆਂ ਚੀਜ਼ਾਂ ਆਰਤੀ ਨਾਲ ਸੰਬੰਧਿਤ ਨੇ। ਸੋ ਉਸ ਸ਼ਬਦ ਦੇ ਅੰਦਰ ਇਹ ਸਾਰੀਆਂ ਚੀਜ਼ਾਂ ਦਾ ਵਰਣਨ ਕੀਤਾ ਹੈ ਕਿ ਗੁਰੂ ਨਾਨਕ ਸਾਹਿਬ ਉਹਨਾਂ ਚੀਜ਼ਾਂ ਨੂੰ ਕਿਸ ਰੂਪ ਵਿੱਚੋਂ ਲੈਂਦੇ ਨੇ। ਪਰ ਸਾਡਾ ਉਹ ਵਿਸ਼ਾ ਨਹੀਂ। ਸਾਡਾ ਵਿਸ਼ਾ ਹੈ ਕਿ ਭਗਤ ਧੰਨਾ ਜੀ ਦੇ ਸ਼ਬਦ ਨੂੰ ਆਰਤੀ ਵਾਲਾ ਸ਼ਬਦ ਸਾਨੂੰ ਕਦੇ ਵੀ ਨਹੀਂ ਮੰਨਣਾ ਚਾਹੀਦਾ, ਕਿਉਂਕਿ ਇਹਦੇ ਵਿੱਚ ਆਰਤੀ ਵਾਲੀ ਕੋਈ ਵੀ ਗੱਲ ਨਹੀਂ। ਇਹਦੇ ਵਿੱਚ ਆਟੇ ਦੀ ਗੱਲ ਏ, ਰੋਟੀ ਦੀ ਗੱਲ ਏ, ਗਊ ਭੈਂਸ ਦੀ ਗੱਲ ਏ। ਇਹਦੇ ਵਿੱਚ ਭਗਤ ਜੀ ਨੇ ਜੁੱਤੀ ਮੰਗੀ ਏ ਤੇ ਨਾਲ ਚੰਗੀ ਘਰ ਵਾਲੀ ਮੰਗੀ ਏ। ਇਹਨਾਂ ਸਾਰੀਆਂ ਚੀਜ਼ਾਂ ਦਾ ਕੋਈ ਵੀ ਰਿਸ਼ਤਾ ਆਰਤੀ ਨਾਲ ਨਹੀਂ ਜੁੜਦਾ। ਆਰਤੀ ਕਰਨ ਵੇਲੇ ਜੁੱਤੀ ਦੀ ਲੋੜ ਨਹੀਂ ਹੁੰਦੀ, ਆਰਤੀ ਕਰਨ ਵੇਲੇ ਗਊ ਮੱਝਾਂ ਦੀ ਲੋੜ ਨਹੀਂ ਹੁੰਦੀ। ਸੋ ਇਸ ਲਈ ਜਦੋਂ ਅਸੀਂ ਸ਼ਬਦਾਂ ਦੀ ਗਹਿਰਾਈ ਵਿੱਚ ਜਾਂਦੇ ਹਾਂ ਤੇ ਸਾਨੂੰ ਇਹ ਸਮਝ ਪੈਂਦੀ ਹੈ ਕਿ ਇਹ ਸ਼ਬਦ ਦਾ ਆਰਤੀ ਨਾਲ ਬਿਲਕੁਲ ਕੋਈ ਸੰਬੰਧ ਨਹੀਂ। ਸਾਨੂੰ ਇਹ ਆਰਤੀ ਵਾਲੇ ਸ਼ਬਦਾਂ ਨਾਲ ਜੋੜ ਕੇ ਜਿਵੇਂ ਅਸੀਂ ਆਰਤੀ ਕਰ ਰਹੇ ਹਾਂ ਉਸ ਤਰ੍ਹਾਂ ਨਹੀਂ ਗਾਉਣਾ ਚਾਹੀਦਾ। ਅੱਗੇ ਪਿੱਛੇ ਜੀ ਸਦਕੇ ਹਰ ਰੋਜ਼ ਗਾਓ, ਕੋਈ ਮਨਾ ਹੀ ਨਹੀਂ ਕਰਦਾ। ਆਓ ਅਸੀਂ ਹੁਣ ਆਰਤਾ ਸ਼ਬਦ ਦੇ ਅਰਥ ਸਮਝਦੇ ਹਾਂ। ਮੈਂ 3-4 ਥਾਵਾਂ ਤੋਂ ਇਸ ਸ਼ਬਦ ਦੀ ਖੋਜ ਕੀਤੀ ਹੈ। ਆਰਤ ਸ਼ਬਦ ਦੇ ਮੂਲ ਰੂਪ ਵਿੱਚ ਹਿੰਦੀ ਤੇ ਇੰਗਲਿਸ਼ ਡਿਕਸ਼ਨਰੀ ਦੇ ਵਿੱਚ ਇਸ ਦੇ ਜਿਹੜੇ ਅਰਥ ਕੀਤੇ ਗਏ ਨੇ ਉਹ ਹਨ ਸ਼ਾਂਤ, ਅਤੇ ਇੱਕ ਇਹਦਾ ਅਰਥ ਹੈ ਸੌਮਿਆ। ਸੌਮਿਆ ਦਾ ਅਰਥ ਹੈ ਚੁੱਪ ਕਰ ਜਾਣਾ, ਬੋਲਣਾ ਨਾ, ਭਾਵ ਬਹੁਤਾ ਨਾ ਬੋਲਣਾ, ਸ਼ਾਂਤ ਰਹਿਣਾ। ਭਾਈ ਕਾਹਨ ਸਿੰਘ ਜੀ ਨੇ ਦੇ ਅਰਥ ਕੀਤੇ ਨੇ ਆਰਤ ਸ਼ਬਦ ਦੇ ਦੁਖਿਆਰਾ, ਮੰਗਣ ਵਾਲਾ, ਲੋੜਵੰਦ ਇਤਿਆਦਿਕ। ਸੋ ਇੱਥੇ ਸ਼ਬਦ ਜਿਹੜਾ ਆਰਤ ਹੈ ਉਹ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਗੁਰਬਾਣੀ ਵਿੱਚ ਵਰਤਿਆ ਹੋਇਆ ਹੈ। ਆਪ ਜੀ ਥੱਲੇ ਵਾਲੀਆਂ ਪੰਕਤੀਆਂ ਵੇਖੋ, ਜਿਹਦੇ ਵਿੱਚ ਸਤਿਗੁਰੂ ਜੀ ਨੇ ਲਿਖਿਆ ਭੁਜ ਬਲ ਬੀਰ ਬ੍ਰਹਮ ਸੁਖ ਸਾਗਰ ਗਰਤ ਪਰਤ ਗਹਿ ਲਿਹੋ ਅੰਗੁਰੀਆ ਰਹਾਓ ਸ਼ਰਵਨ ਨਾ ਸੁਰਤ ਨੈਣ ਸੁੰਦਰ ਨਹੀਂ ਆਰਤ ਦੁਆਰ ਰਟਤ ਪਿੰਗੁਰੀਆ। ਇੱਥੇ ਆਰਤ ਦੇ ਸ਼ਬਦ ਅਸੀਂ ਅਰਥ ਵੇਖਣੇ ਨੇ। ਸਾਰੇ ਸ਼ਬਦ ਨਾਲ ਸਾਡਾ ਇਸ ਵਕਤ ਸੰਬੰਧ ਨਹੀਂ। ਆਰਤ ਦੇ ਅਰਥ ਕੀਤੇ ਜਾ ਸਕਦੇ ਨੇ ਇੱਥੇ ਕਿ ਹੇ ਅਕਾਲ ਪੁਰਖ ਵਾਹਿਗੁਰੂ, ਤੂੰ ਬੜਾ ਬਲਵਾਨ ਹੈ, ਤੂੰ ਸੁੱਖਾਂ ਦਾ ਸਾਗਰ ਹੈ, ਤੂੰ ਮੇਰੀ ਕਿਰਪਾ ਕਰਕੇ ਉਂਗਲੀ ਫੜ। ਜੇ ਤੂੰ ਮੇਰੀ ਉਂਗਲੀ ਫੜ ਕੇ ਮੈਨੂੰ ਸਹਾਰਾ ਨਾ ਦਿੱਤਾ ਤੇ ਮੈਂ ਇਹਨਾਂ ਵਿਕਾਰਾਂ ਦੇ ਟੋਏ ਵਿੱਚ, ਖੱਡੇ ਵਿੱਚ ਡਿੱਗ ਜਾਵਾਂਗਾ, ਤੇ ਤੂੰ ਮੈਨੂੰ ਬਚਾ। ਸ਼ਰਵਨ ਨਾ ਸੁਰਤ ਨੈਣ ਸੁੰਦਰ ਨਹੀਂ, ਮੇਰੇ ਵਿੱਚ ਕੋਈ ਵੀ ਚੰਗੀ ਕੁਆਲਿਟੀ ਨਹੀਂ।
ਮੇਰੇ ਕੰਨਾਂ ਵਿੱਚ ਇੰਨੀ ਸਮਰੱਥਾ ਨਹੀਂ ਕਿ ਮੈਂ ਤੇਰੇ ਸੱਚ ਨੂੰ ਸੁਣ ਸਕਦਾ ਹੋਵਾਂ। ਮੇਰੀ ਸੁਰਤ ਇੰਨੀ ਉੱਚੀ ਨਹੀਂ ਉੱਠੀ ਕਿ ਮੈਂ ਮਾਇਆ ਦੇ ਤਿੰਨਾਂ ਗੁਣਾਂ ਦੇ ਪ੍ਰਭਾਵ ਤੋਂ ਬਚ ਸਕਾਂ। ਮੇਰੇ ਨੈਣ ਵੀ ਸੁੰਦਰ ਨਹੀਂ ਕਿ ਮੈਂ ਤੈਨੂੰ ਸਾਰਿਆਂ ਜੀਵਾਂ ਵਿੱਚੋਂ ਵੇਖ ਸਕਾਂ। ਆਰਤ, ਮੈਂ ਇੱਕ ਦੁਖਿਆਰਾ ਤੇਰਾ ਦਾਸ ਹਾਂ, ਤੇਰੇ ਦਰ ਤੋਂ ਮੰਗਣ ਵਾਲਾ ਤੇਰਾ ਦਾਸ ਹਾਂ। ਦੁਆਰ ਰਟਤ ਪਿੰਗੁਰੀਆ, ਮੈਂ ਪਿੰਗਲਾ ਕਿਸਮ ਦਾ ਮਨੁੱਖ, ਭਾਵ ਮੇਰੇ ਕੋਲ ਸ਼ੁਭ ਗੁਣ ਨਹੀਂ ਹਨ। ਮੈਂ ਤੇਰੇ ਦੁਆਰੇ ਤੇ ਇੱਕ ਦੁਖਿਆਰਾ ਜਿਹਾ ਮਨੁੱਖ ਆਇਆ ਹਾਂ। ਸੋ ਆਰਤ ਦੇ ਅਰਥ ਇਹ ਹੋ ਗਏ। ਇੱਕ ਆਰਤ ਸ਼ਬਦ ਭਾਈ ਸੰਤੋਖ ਸਿੰਘ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਵਿੱਚ ਵਰਤਿਆ। ਭਾਈ ਸੰਤੋਖ ਸਿੰਘ ਜਿਨ੍ਹਾਂ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਲਿਖਿਆ, ਉਹ ਆਖਦੇ ਨੇ, ਜੋ ਨਰ ਆਰਤ ਕਹਿ ਇੱਕ ਬੇਰਾ, ਸ਼੍ਰੀ ਹਰਗੋਬਿੰਦ ਮੈਂ ਅਬ ਤੇਰਾ। ਕਿਆ ਗਿਣਤੀ ਹੈ ਇਹਾਂ ਛਡਾਵਨ, ਨਿਕਟ ਨਾ ਦੇਉ ਦੂਤ ਜਮ ਆਵਨ। ਜਿਹੜਾ ਕੋਈ ਮੰਗਣਹਾਰ ਮਨੁੱਖ, ਕੋਈ ਇਹਨਾਂ ਵਿਕਾਰਾਂ ਤੋਂ ਦੁਖੀ ਹੋਇਆ ਮਨੁੱਖ, ਗੁਰੂ ਹਰਗੋਬਿੰਦ ਸਾਹਿਬ ਜੀ ਜੇ ਤੁਹਾਨੂੰ ਇੱਕ ਵਾਰੀ ਆਖ ਦੇਵੇ ਕਿ ਮੈਂ ਤੁਹਾਡਾ ਹਾਂ, ਤੁਸੀਂ ਉਹਨੂੰ ਦੁੱਖਾਂ ਤੋਂ ਬਚਾ ਲੈਂਦੇ ਹੋ। ਇੱਥੋਂ ਤੱਕ ਉਹਦੇ ਨੇੜੇ ਜਮਦੂਤ ਵੀ ਨਹੀਂ ਆਉਂਦੇ। ਸੋ ਆਰਤ ਦਾ ਮਤਲਬ ਇੱਥੇ ਵੀ ਦੁਖਿਆਰਾ, ਮੰਗਣ ਵਾਲਾ। ਸੋ ਆਰਤਾ ਸ਼ਬਦ ਇਸ ਆਰਤ ਤੋਂ ਬਣਿਆ ਹੋਇਆ ਹੈ। ਇਹ ਆਰਤੀ ਨਾਲ ਸੰਬੰਧ ਨਹੀਂ ਰੱਖਦਾ, ਇਹ ਉਸ ਮਨੁੱਖ ਨਾਲ ਸੰਬੰਧ ਰੱਖਦਾ ਜਿਹੜਾ ਆਪਣੇ ਆਪ ਨੂੰ ਗੁਰੂ ਦੇ ਦਰ ਤੇ ਇੱਕ ਮੰਗਣਹਾਰ ਦੇ ਰੂਪ ਵਿੱਚ ਪੇਸ਼ ਕਰਦਾ ਹੈ ਕਿ ਮੈਂ ਤੇ ਤੇਰੇ ਦਰ ਦਾ ਮੰਗਤਾ ਹਾਂ। ਮੈਂ ਇੱਥੇ ਕੋਈ ਸਰਦਾਰ, ਕੋਈ ਹੁਕਮਰਾਨ ਬਣ ਕੇ ਨਹੀਂ ਆਇਆ। ਮੈਂ ਤੇਰੇ ਦਰ ਦਾ ਮੰਗਤਾ ਹਾਂ। ਮੈਂ ਤੇਰੇ ਦਰ ਤੋਂ ਆਹ ਚੀਜ਼ਾਂ ਮੰਗਣ ਲਈ ਆਇਆ ਹਾਂ। ਸੋ ਆਰਤਾ ਸ਼ਬਦ ਦੇ ਅਸੀਂ ਅਰਥ ਸਮਝ ਲਏ। ਹੁਣ ਅਸੀਂ ਸਮਝਦੇ ਹਾਂ ਰੱਬ ਤੋਂ ਮੰਗਣਾ ਹੈ, ਹੋਰ ਕਿਸੇ ਤੋਂ ਨਹੀਂ ਮੰਗਣਾ। ਰੱਬ ਦਾ ਸੇਵਕ ਬਣਨਾ ਹੈ, ਰੱਬ ਦੇ ਦਰ ਘਰ ਦਾ ਮਾਲਕ ਨਹੀਂ ਬਣਨਾ। ਭਗਤੀ ਕਰਨੀ ਹੈ, ਪਰ ਰੱਬ ਨੂੰ ਹੁਕਮ ਨਹੀਂ ਕਰਨਾ ਕਿ ਮੈਨੂੰ ਆਹ ਦੇ, ਮੈਂ ਤੇਰੀ ਭਗਤੀ ਕਰਦਾ ਹਾਂ। ਸੋ ਇਹ ਚੀਜ਼ਾਂ ਅਸੀਂ ਭਗਤ ਜੀ ਦੇ ਸ਼ਬਦ ਵਿੱਚੋਂ ਪੜ੍ਹਾਂਗੇ, ਸਮਝਾਂਗੇ। ਮੈਂ ਇਸ ਸ਼ਬਦ ਨੂੰ ਕਾਫੀ ਗਹਿਰਾਈ ਨਾਲ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਕੁਛ ਲੋਕਾਂ ਨੇ ਐਸਾ ਵੀ ਬਚਨ ਲਿਖਿਆ ਹੋਇਆ ਆਪਣੀ ਲੇਖਣੀ ਦੇ ਅੰਦਰ ਕਿ ਇਸ ਸ਼ਬਦ ਵਿੱਚੋਂ ਕੋਈ ਵੀ ਅਧਿਆਤਮਿਕਤਾ ਨਜ਼ਰ ਨਹੀਂ ਆਉਂਦੀ। ਸਿਰਫ ਇਹਦੇ ਵਿੱਚ ਆਪਣੀਆਂ ਘਰੋਗੀ ਚੀਜ਼ਾਂ ਦੀ ਮੰਗ ਹੀ ਕੀਤੀ ਗਈ ਹੈ। ਪਰ ਜੇ ਇਹਨੂੰ ਅਸੀਂ ਗਹੁ ਨਾਲ ਪੜ੍ਹਾਂਗੇ, ਡੂੰਘੀ ਵਿਚਾਰ ਨਾਲ ਸਮਝਾਂਗੇ, ਤੇ ਇਸ ਸ਼ਬਦ ਵਿੱਚੋਂ ਜੋ ਮੈਂ ਉੱਤੇ ਬਿਆਨ ਕੀਤੇ ਨੇ 5 ਗੁਰਮਤ ਦੇ ਸਿਧਾਂਤ ਪ੍ਰਗਟ ਹੁੰਦੇ ਨੇ। ਪਹਿਲੀ ਗੱਲ, ਰੱਬ ਤੋਂ ਮੰਗਣਾ। ਭਗਤ ਜੀ ਆਖਦੇ ਨੇ, ਗੋਪਾਲ ਤੇਰਾ ਆਰਤਾ। ਗੋਪਾਲ ਦੇ ਅਰਥ ਨੇ ਗੋ ਜਮਾ ਪਾਲ, ਗੋ ਮੈਨੇ ਧਰਤੀ, ਪਾਲ ਮੈਨੇ ਪਾਲਣ ਵਾਲਾ, ਧਰਤੀ ਦੇ ਜੀਵਾਂ ਦੀ ਪਾਲਣਾ ਕਰਨ ਵਾਲਾ ਪ੍ਰਮਾਤਮਾ। ਤੇਰਾ ਆਰਤਾ, ਮੈਂ ਤੇਰਾ ਮੰਗਤਾ ਹਾਂ। ਮੈਂ ਤੇਰੇ ਦਰ ਤੋਂ ਕੁਝ ਮੰਗਣ ਲਈ ਆਇਆ ਹਾਂ। ਸੋ ਇਸ ਗੱਲ ਤੋਂ ਸਪਸ਼ਟ ਕਰਦੇ ਨੇ ਭਗਤ ਧੰਨਾ ਜੀ ਕਿ ਮੰਗਣ ਲਈ ਜਾਣਾ ਹੈ, ਸਿਰਫ ਤੇ ਸਿਰਫ ਆਪਣੇ ਪਰਮੇਸ਼ਵਰ ਦੇ ਦਰ ਤੇ ਜਾਣਾ ਹੈ, ਕਿਸੇ ਹੋਰ ਦੇ ਦਰ ਤੇ ਮੰਗਣ ਲਈ ਨਹੀਂ ਜਾਣਾ। ਉਹ ਪਰਮਾਤਮਾ ਸਾਰਿਆਂ ਜੀਵਾਂ ਦੀ ਸਾਰ ਸੰਭਾਲ ਕਰਦਾ ਹੈ, ਕੇਵਲ ਮਨੁੱਖਤਾ ਦੀ ਨਹੀਂ, ਸਗੋਂ ਜਿੰਨੇ ਜੀਵ ਜੰਤ ਉਸ ਮਾਲਕ ਨੇ ਇਸ ਬ੍ਰਹਿਮੰਡ 'ਚ ਪੈਦਾ ਕੀਤੇ ਨੇ, ਈਵਨ ਵਨਸਪਤੀ ਆਦਿ, ਸਭਨਾਂ ਦੀ ਸਾਰ ਸੰਭਾਲ ਉਹ ਪਰਮਾਤਮਾ ਕਰਦਾ ਹੈ। ਤੇ ਜੇ ਕੁਝ ਮੰਗਣ ਦੀ ਇੱਛਾ ਹੋਵੇ ਤੇ ਕੋਈ ਮਨਾਹੀ ਨਹੀਂ ਕਰਦਾ ਮੰਗਣ ਤੋਂ, ਪਰ ਮੰਗਣਾ ਹੈ ਰੱਬ ਕੋਲੋਂ, ਕਿਸੇ ਹੋਰ ਹਸਤੀ ਕੋਲੋਂ ਮੰਗਣਾ ਨਹੀਂ। ਇਹਦਾ ਮਤਲਬ ਇਹ ਨਾ ਲੈਣਾ ਕਿ ਅਸੀਂ ਜਦੋਂ ਸਾਡੀਆਂ ਕੁਝ ਸਰੀਰਕ, ਕੁਝ ਪਰਿਵਾਰਕ ਲੋੜਾਂ ਜਾਂ ਜ਼ਰੂਰਤਾਂ ਹੁੰਦੀਆਂ ਨੇ ਤੇ ਅਸੀਂ ਕਿਸੇ ਆਪਣੇ ਭੈਣ ਭਰਾ ਤੋਂ, ਕਿਸੇ ਸੱਜਣ ਮਿੱਤਰ ਤੋਂ ਸਹਾਇਤਾ ਦੀ ਮੰਗ ਨਹੀਂ ਕਰਨੀ। ਇਹ ਮਤਲਬ ਨਾ ਇਹਦਾ ਲੈਣਾ।
ਇਹਦਾ ਮਤਲਬ ਹੈ ਜਦੋਂ ਅਸੀਂ ਕਿਸੇ ਅਗੰਮੀ ਸ਼ਕਤੀ ਨੂੰ ਸਮਝ ਕੇ ਕਿ ਇਹ ਪਰਮੇਸ਼ਰ ਨਾਲ ਜੁੜਿਆ ਹੋਇਆ, ਜਿਨ੍ਹਾਂ ਵਿੱਚ ਦੇਵੀ ਦੇਵਤੇ ਆਉਣਗੇ, ਜਿਨ੍ਹਾਂ ਵਿੱਚ ਸੰਤ ਭਗਤ ਆਉਣਗੇ, ਜਿਨ੍ਹਾਂ ਵਿੱਚ ਗਿਆਨੀ ਸੱਜਣ ਆਉਣਗੇ, ਜਿਨ੍ਹਾਂ ਵਿੱਚ ਪੰਡਤ ਪੁਜਾਰੀ ਤੇ ਮੁਲਾਣੇ ਆਉਣਗੇ, ਇਹਨਾਂ ਕੋਲੋਂ ਨਹੀਂ ਮੰਗਣਾ। ਗੱਲ ਇਹ ਧਿਆਨ ਵਿੱਚ ਰੱਖਣ ਵਾਲੀ ਏ ਕਿ ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ। ਉਸ ਮਾਲਕ ਤੋਂ ਮੰਗਣਾ ਜਿਹੜਾ ਸਾਰਿਆਂ ਨੂੰ ਦੇਣ ਵਾਲਾ ਹੈ। ਮੈਂ, ਤੁਸੀਂ, ਅਸੀਂ ਸਭ ਸਾਰਿਆਂ ਨੂੰ ਨਹੀਂ ਦੇ ਸਕਦੇ। ਤੁਸੀਂ ਕਿਸੇ 1 2 4 ਬੰਦੇ ਨੂੰ ਰੋਟੀ ਖਵਾਉਣ ਦੀ ਹਸਤੀ ਰੱਖਦੇ ਹੋ, ਪਰ ਸਮੁੱਚੀ ਮਨੁੱਖਤਾ ਦੀ ਸੰਭਾਲ ਥੋੜ੍ਹੀ ਤੁਸੀਂ ਕਰ ਸਕੋਗੇ। ਉਹ ਤੇ ਦਾਤਾ ਦੇਣ ਵਾਲਾ ਕਰ ਸਕੇਗਾ। ਸੋ ਉਹਦੇ ਦਰ ਤੋਂ ਮੰਗਣਾ। ਵੇਖੋ ਭਗਤ ਜੀ ਨੇ ਇਹ ਇੱਕ ਗੁਰਮਤਿ ਦਾ ਸਿਧਾਂਤ ਕਿੰਨਾ ਬਹੁਮੁੱਲਾ ਸਾਡੇ ਸਾਹਮਣੇ ਰੱਖਿਆ ਹੈ। ਗੋਪਾਲ ਤੇਰਾ ਆਰਤਾ, ਮੈਂ ਤੇਰਾ ਦਾਸਰਾ ਹਾਂ, ਤੇਰੇ ਦਰ ਦਾ ਮੰਗਣ ਵਾਲਾ ਹਾਂ, ਤੇਰੇ ਦਰ ਦਾ ਭਿਖਾਰੀ ਹਾਂ, ਤੇ ਮੈਂ ਤੇਰੇ ਦਰ ਤੋਂ ਮੰਗਣ ਲਈ ਆਇਆ ਹਾਂ। ਅਗਲੀ ਗੱਲ ਸੇਵਕ ਬਣਨਾ। ਉਹ ਆਖਦੇ ਨੇ ਜੋ ਜਨ ਤੁਮਰੀ ਭਗਤ ਕਰਨ ਤੇ। ਜਨ ਦਾ ਅਰਥ ਹੁੰਦਾ ਹੈ ਸੇਵਕ, ਜਨ ਦਾ ਅਰਥ ਹੁੰਦਾ ਹੈ ਭਗਤੀ ਕਰਨ ਵਾਲਾ। ਸੋ ਇੱਥੇ ਸ਼ਬਦ ਭਗਤ ਜੀ ਜਨ ਵਰਤਦੇ ਨੇ ਉਹਨਾਂ ਮਨੁੱਖਾਂ ਲਈ ਜਿਹੜੇ ਆਪਣੇ ਆਪੇ ਨੂੰ ਰੱਬ ਦਾ ਸੇਵਕ ਵਜੋਂ ਮੰਨਦੇ ਨੇ, ਪ੍ਰਵਾਨ ਕਰਦੇ ਨੇ। ਸੋ ਅਸੀਂ ਰੱਬ ਦੇ ਸੇਵਕ ਬਣਨਾ, ਮਾਲਕ ਨਹੀਂ ਬਣਨਾ। ਅਸੀਂ ਬਹੁਤ ਵਾਰੀ ਤੁਸੀਂ ਵੀ ਵੇਖਿਆ ਹੋਵੇਗਾ ਧਰਮ ਅਸਥਾਨਾਂ ਦੇ ਉੱਤੇ ਕੁਝ ਲੋਕ ਅਜਿਹੇ ਹੁੰਦੇ ਨੇ ਜਿਹੜੇ ਧਰਮ ਸਥਾਨਾਂ ਨੂੰ ਆਪਣੀ ਨਿੱਜੀ ਜਾਇਦਾਦ ਦੀ ਤਰ੍ਹਾਂ ਮੰਨਦੇ ਨੇ, ਉਸ ਦੀ ਵਰਤੋਂ ਕਰਦੇ ਨੇ। ਇਹ ਗੱਲ ਭਗਤ ਧੰਨਾ ਜੀ ਸਾਨੂੰ ਸਮਝਾ ਰਹੇ ਨੇ ਕਿ ਰੱਬ ਦਾ ਦਰ ਇਹ ਸਮੁੱਚੀ ਕਾਇਨਾਤ ਹੈ। ਸਾਰੀ ਧਰਤੀ, ਸਾਰਾ ਬ੍ਰਹਿਮੰਡ ਰੱਬ ਦਾ ਘਰ ਏ। ਪਰ ਅਸੀਂ ਮਨੁੱਖਤਾ ਨੇ ਕੁਝ ਥਾਵਾਂ ਇਸ ਧਰਤੀ ਉੱਤੇ ਬਣਾ ਲਈਆਂ ਨੇ ਜਿਨ੍ਹਾਂ ਨੂੰ ਅਸੀਂ ਰੱਬ ਦੇ ਘਰ, ਗੁਰੂ ਦੇ ਘਰ, ਰੱਬ ਦੇ ਮੰਦਰ ਆਖਣਾ ਸ਼ੁਰੂ ਕਰ ਦਿੱਤਾ। ਤੇ ਚਲੋ ਅਸੀਂ ਇਸ ਤਰ੍ਹਾਂ ਵੀ ਜੇ ਮੰਨ ਹੀ ਲਈਏ ਕਿ ਗੁਰਦੁਆਰਾ ਹੀ ਰੱਬ ਦਾ ਘਰ ਏ, ਮੰਦਰ ਹੀ ਰੱਬ ਦਾ ਘਰ ਏ, ਤੇ ਫਿਰ ਉਹ ਰੱਬ ਦਾ ਹੀ ਘਰ ਰਹਿਣ ਦਿੱਤਾ ਜਾਏ। ਉਹਨੂੰ ਕਿਸੇ ਬੰਦੇ ਦਾ ਘਰ ਨਾ ਬਣਾਇਆ ਜਾਏ, ਉਹਨੂੰ ਕਿਸੇ ਬੰਦੇ ਦਾ ਮੰਦਰ ਨਾ ਬਣਾਇਆ ਜਾਏ। ਸੋ ਗੱਲ ਬੜੀ ਸਪਸ਼ਟ ਏ ਕਿ ਗੁਰਦੁਆਰੇ ਆਉਣਾ ਹੈ ਤੇ ਮਨ ਵਿੱਚ ਸੇਵਕੀ ਭਾਵ ਲੈ ਕੇ ਆਉਣਾ ਹੈ, ਦਾਸਾ ਭਾਵ ਲੈ ਕੇ ਆਉਣਾ ਹੈ, ਮਾਲਕੀਅਤ ਵਾਲਾ ਭਾਵ ਲੈ ਕੇ ਨਹੀਂ ਆਉਣਾ। ਸੋ ਇਹ ਭਗਤ ਧੰਨਾ ਜੀ ਜਨ ਬਣਨ ਦੀ ਪ੍ਰੇਰਨਾ ਸਾਨੂੰ ਆਪਣੀ ਇਸ ਪਵਿੱਤਰ ਬਾਣੀ ਰਾਹੀਂ ਕਰਦੇ ਨੇ। ਦੂਜੀ ਉਹ ਗੱਲ ਕਰਦੇ ਨੇ ਜੋ ਜਨ ਤੁਮਰੀ ਭਗਤ ਕਰਨ ਤੇ, ਜਿਹੜੇ ਤੇਰੀ ਭਗਤੀ ਕਰਦੇ ਨੇ। ਅਸੀਂ ਆਪਣੇ ਆਪੇ ਅੰਦਰ ਝਾਤੀ ਮਾਰਨੀ ਹੈ ਕਿ ਕੀ ਅਸੀਂ ਰੱਬ ਦੀ ਭਗਤੀ ਕਰਦੇ ਹਾਂ ਕਿ ਰੱਬ ਨੂੰ ਹੁਕਮ ਕਰਦੇ ਹਾਂ ਸਾਨੂੰ ਆਹ ਦੇ, ਸਾਨੂੰ ਉਹ ਦੇ। ਫਿਰ ਜੋ ਸਾਡਾ ਹੁਕਮ ਨਾ ਮੰਨੇ ਫਿਰ ਅਸੀਂ ਉਹਦੇ ਨਾਲ ਸੌਦੇਬਾਜ਼ੀ ਵੀ ਕਰਦੇ ਹਾਂ। ਅੱਗੇ ਚੱਲ ਕੇ ਅਸੀਂ ਇਸ ਗੱਲ ਨੂੰ ਸਮਝਾਂਗੇ, ਹੋਰ ਥੋੜ੍ਹਾ ਖੁਲਾਸਾ ਕਰਾਂਗਾ ਮੈਂ। ਸੋ ਇਹ 3 ਚੀਜ਼ਾਂ ਇਸ ਪਹਿਲੇ ਬੰਦ ਵਿੱਚੋਂ ਸਾਫ਼ ਜ਼ਾਹਰ ਹੁੰਦੀਆਂ ਨੇ ਕਿ ਸਭਨਾਂ ਨੂੰ ਦੇਣ ਵਾਲਾ, ਸਭਨਾਂ ਦੀ ਪਾਲਣਾ ਕਰਨ ਵਾਲਾ ਇੱਕ ਗੋਪਾਲ ਹੈ। ਉਸ ਗੋਪਾਲ ਦੇ ਅਸੀਂ ਸੇਵਕ ਬਣ ਕੇ ਉਸ ਦੀ ਭਗਤੀ ਕਰਨੀ ਹੈ। ਬਸ ਆਹ 3 ਗੱਲਾਂ ਇਸ ਬੰਦ 'ਚੋਂ ਸਪਸ਼ਟ ਹੁੰਦੀਆਂ ਨੇ ਪਈਆਂ। ਹੁਣ ਭਗਤ ਜੀ ਆਖਦੇ ਨੇ ਕਿ ਹੇ ਪਰਮੇਸ਼ਵਰ, ਮੈਂ ਤੇਰੇ ਦਰ ਦਾ ਭਿਖਾਰੀ ਬਣ ਕੇ, ਮੰਗਤਾ ਬਣ ਕੇ ਤੇਰੇ ਦਰ 'ਤੇ ਆਇਆ ਤੇ ਮੈਂ ਇੱਕ ਗੱਲ ਸੁਣੀ ਹੈ। ਸੁਣੀ ਕਿੱਥੋਂ ਹੈ ਉਹਨੇ? ਉਦੋਂ ਕੋਈ ਫੇਸਬੁੱਕ ਨਹੀਂ ਸੀ, ਕੋਈ ਇੰਟਰਨੈਟ ਨਹੀਂ ਸੀ, ਕੋਈ ਕੁਛ ਐਸਾ ਜ਼ਰੀਆ ਨਹੀਂ ਸੀ। ਅਸੀਂ ਪਿਛਲਿਆਂ ਸ਼ਬਦਾਂ ਵਿੱਚ ਪੜ੍ਹਿਆ ਕਿ ਭਗਤ ਧੰਨਾ ਜੀ ਆਪ ਹੀ ਕਹਿੰਦੇ ਸਨ ਕਿ ਮੈਂ ਸੰਤਾਂ ਦੀ ਸੰਗਤ ਕਰਦਾ ਸਾਂ। ਉਹਨਾਂ ਸੰਤਾਂ ਕੋਲੋਂ ਹੀ ਸੁਣਿਆ ਹੋਏਗਾ ਉਹਨੇ, ਜਿਨ੍ਹਾਂ ਸੰਤਾਂ ਭਗਤਾਂ ਦੀ ਧੰਨਾ ਜੀ ਸੰਗਤ ਕਰਦੇ ਸਨ। ਉਹਨਾਂ ਸੰਤਾਂ ਭਗਤਾਂ ਤੋਂ ਹੀ ਸੁਣਿਆ ਹੋਏਗਾ ਕਿ ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰਤਾ। ਜਿਹੜੇ ਭਈ ਰੱਬ ਦੀ ਭਗਤੀ ਕਰਦੇ ਨੇ, ਵਾਹਿਗੁਰੂ ਦੀ ਬੰਦਗੀ ਕਰਦੇ ਨੇ, ਰੱਬ ਉਹਨਾਂ ਦੇ ਸਾਰੇ ਹੀ ਕੰਮ ਸਵਾਰ ਦਿੰਦਾ ਹੈ। ਤੇ ਕੰਮ ਕੀ ਸਵਾਰਦਾ ਇਹ ਵੀ ਗੱਲ ਚੇਤੇ ਰੱਖਣੀ ਹੈ, ਇਹ ਵੀ ਨਹੀਂ ਭੁੱਲ ਜਾਣਾ ਕਿਤੇ। ਅਸੀਂ ਰਹਿਰਾਸ ਸਾਹਿਬ ਵਿੱਚ ਰੋਜ਼ ਹੀ ਪੜ੍ਹਦੇ ਹਾਂ ਕਿ ਅਵਰ ਕਾਜ ਤੇਰਾ ਕਿਤੇ ਨਾ ਕਾਮ,
ਮਿਲ ਸਾਧ ਸੰਗਤ ਭਜ ਕੇਵਲ ਨਾਮ। ਪਰਮੇਸ਼ਵਰ ਦਾ ਨਾਮ ਜਪਣਾ ਹੀ ਸਾਡਾ ਮੁੱਖ ਕਾਰਜ ਹੈ, ਇਸ ਜੀਵਨ ਦਾ ਮੁੱਖ ਲਕਸ਼ ਹੈ। ਹੋਰ ਜਿਹੜੇ ਕੰਮ ਨੇ ਜਿਹੜੇ ਅਸੀਂ ਧਰਮ ਦੇ ਨਾਂ ਹੇਠਾਂ ਕਰਦੇ ਹਾਂ, ਦੁਨਿਆਵੀ ਧੰਦਿਆਂ ਦੀ ਗੱਲ ਉੱਥੇ ਨਹੀਂ ਕੀਤੀ ਗਈ। ਧਰਮ ਦੀ ਕਿਰਤ ਜ਼ਰੂਰ ਕਰਨੀ, ਉਹਦੀ ਗੱਲ ਇੱਥੇ ਨਹੀਂ ਕੀਤੀ ਗਈ। ਇੱਥੇ ਗੱਲ ਕੀਤੀ ਗਈ ਜਿਹੜੇ ਅਸੀਂ ਧਰਮ ਦੇ ਨਾਂ ਹੇਠਾਂ ਕਰਮ ਕਾਂਡ ਕਰਦੇ ਹਾਂ, ਉਹ ਕਿਸੇ ਵੀ ਕੰਮ ਨਹੀਂ ਆਉਣੇ। ਕੇਵਲ ਤੇ ਕੇਵਲ ਰੱਬ ਦੀ ਭਗਤੀ ਸਾਡੇ ਜੀਵਨ ਦਾ ਲਕਸ਼ ਹੈ, ਤੇ ਉਹ ਹੀ ਸਾਡੇ ਕੰਮ ਵਿੱਚ ਆਉਣ ਵਾਲੀ ਵਸਤੂ ਜਾਂ ਪਦਾਰਥ ਹੈ, ਹੋਰ ਕੁਝ ਨਹੀਂ। ਸੋ ਉਹ ਪ੍ਰਭੂ ਉਹਨਾਂ ਦੇ ਕਾਰਜ ਸੰਵਾਰ ਦਿੰਦਾ ਹੈ ਜਿਹੜੇ ਪ੍ਰਭੂ ਦੀ ਭਗਤੀ ਕਰਦੇ ਨੇ, ਭਾਵ ਉਹਨਾਂ ਨੂੰ ਆਪਣੇ ਨਾਲ ਉਹ ਜੋੜ ਲੈਂਦਾ ਹੈ। ਸੋ ਆਓ ਹੁਣ ਅਸੀਂ ਅਗਲੀ ਗੱਲ ਸਮਝਦੇ ਹਾਂ ਕਿ ਆਪ ਮੰਗਣਾ ਹੈ ਰੱਬ ਕੋਲੋਂ, ਤੇ ਮੰਗਣਾ ਕੀ ਹੈ। ਇਹ ਦੋ ਚੀਜ਼ਾਂ ਇਸ ਅਗਲੇ ਬੰਦ ਵਿੱਚੋਂ ਸਾਨੂੰ ਭਗਤ ਜੀ ਬੜੀਆਂ ਸਾਫ਼ ਕਰਕੇ ਸਮਝਾਉਂਦੇ ਨੇ। ਅਸੀਂ ਇਹ ਪੜ੍ਹਿਆ ਕਿ ਦਾਲ ਸਿੱਧਾ ਮੰਗੋ ਕੀਓ। ਮੰਗਣਾ ਕੀ ਹੈ, ਤੇ ਆਪ ਮੰਗਣਾ, ਕਿਸੇ ਕੋਲੋਂ ਨਹੀਂ ਮੰਗਵਾਉਣਾ। ਆਪ ਮੰਗਣ ਤੋਂ ਮਤਲਬ ਹੈ ਕਿ ਜਦੋਂ ਅਸੀਂ ਅਰਦਾਸ ਕਰਦੇ ਹਾਂ ਪਰਮਾਤਮਾ ਅੱਗੇ, ਤੇ ਸਾਡੇ ਮਨ 'ਚ ਹੁੰਦਾ ਹੈ ਕਿ ਸ਼ਾਇਦ ਸਾਡੀ ਅਰਦਾਸ ਰੱਬ ਨਹੀਂ ਸੁਣਦਾ। ਕਿਸੇ ਗੁਰਦੁਆਰੇ ਦੇ ਸਿੰਘ ਸਾਹਿਬ ਕੋਲੋਂ, ਕਿਸੇ ਮੰਦਰ ਦੇ ਪੁਜਾਰੀ ਕੋਲੋਂ, ਕਿਸੇ ਮਸੀਤ ਦੇ ਮੌਲਵੀ ਕੋਲੋਂ, ਮੁੱਲਾਂ ਜੀ ਕੋਲੋਂ ਜਾ ਕੇ ਰੱਬ ਅੱਗੇ ਦਰਖਾਸਤ ਰੱਖੀਏ, ਤੇ ਸ਼ਾਇਦ ਉਹ ਸਾਡੀ ਅਰਦਾਸ ਜਾਂ ਸਾਡੀ ਦਰਖਾਸਤ 'ਤੇ ਸਾਈਨ ਕਰ ਦੇਵੇਗਾ। ਪਰ ਐਸਾ ਹੁੰਦਾ ਨਹੀਂ ਹੈ, ਸਾਡੀ ਬਿਲਕੁਲ ਨਹੀਂ ਜੇ ਸੁਣਦਾ ਉਹ। ਹੋ ਸਕਦਾ ਤੁਹਾਡੀ ਜ਼ਰੂਰ ਸੁਣ ਲਵੇ, ਸਾਡੇ ਲੋਕਾਂ ਦੀ ਉਹ ਬਿਲਕੁਲ ਨਹੀਂ ਸੁਣਦਾ, ਕਿਉਂਕਿ ਉਹਨੂੰ ਪਤਾ ਇਹਨਾਂ ਦਾ ਕੰਮ ਹੈ। ਇਹ ਪੈਸੇ ਲੈ ਕੇ ਅਰਦਾਸ ਕਰ ਦਿੰਦੇ ਨੇ, ਸੋਚਦੇ ਹੀ ਨਹੀਂ ਕਿ ਮੈਂ ਕਰਨ ਕੀ ਲੱਗਾ, ਅਰਦਾਸ ਕਿਹਦੇ ਅੱਗੇ ਤੇ ਕਿਉਂ ਤੇ ਕੀ ਕਰਨ ਲੱਗਾ, ਸੋਚਦੇ ਹੀ ਨਹੀਂ ਹਨ। ਕਿਉਂਕਿ ਇਹਨਾਂ ਦਾ ਇਹ ਕਿੱਤਾ ਬਣ ਗਿਆ, ਇਹਨਾਂ ਦਾ ਇਹ ਕੰਮ ਬਣ ਗਿਆ, ਇਹਨਾਂ ਦਾ ਪ੍ਰੋਫੈਸ਼ਨ ਹੈ। ਅਸੀਂ ਥੋੜ੍ਹਾ ਜਿਹਾ ਸਮਝ ਲਈਏ। ਮੰਨ ਲਓ ਰਾਤ ਦੇ ਸਮੇਂ ਤੁਸੀਂ ਕਿਤੇ ਦੂਰ ਜਾਣਾ ਹੋਵੇ, ਜਾਂ ਰਾਤ ਦੇ ਸਮੇਂ ਕੋਈ ਕੰਮ ਕਰਨਾ ਹੋਵੇ, ਤੁਸੀਂ 100-200 ਮੀਲ ਚੱਲ ਕੇ ਹਨੇਰੇ ਜਾਣਾ ਹੈ, ਤੇ ਤੁਸੀਂ ਧਰਮ ਅਸਥਾਨ 'ਤੇ ਜਾਓ, ਤੇ ਜਾ ਕੇ ਧਾਰਮਿਕ ਕਿਸੇ ਬੰਦੇ ਨੂੰ ਫੜੋ ਤੇ ਉਹਨੂੰ ਆਖੋ ਵੀ ਮੇਰੇ ਲਈ ਤੂੰ ਅਰਦਾਸ ਕਰ ਕਿ ਵਾਹਿਗੁਰੂ ਜੀ ਅੱਜ ਰਾਤ ਨਾ ਪਾਉਣ, ਦਿਨ ਹੀ ਚੜ੍ਹਿਆ ਰਵੇ, ਕਿਉਂਕਿ ਮੈਂ ਜਾਣਾ ਬੜੀ ਦੂਰ, ਤੇ ਦਿਨੇ ਦਿਨੇ ਮੈਂ ਪਹੁੰਚ ਜਾ, ਤੇ ਜਦੋਂ ਮੈਂ ਪਹੁੰਚ ਜਾ ਫਿਰ ਭਾਵੇਂ ਰਾਤ ਪਾ ਲਵੇ। ਇਹ ਅਰਦਾਸ ਕਰ। ਪਹਿਲੀ ਗੱਲ ਤਾਂ ਇਹ ਆ ਕਿ ਉਹਨੇ ਸੋਚਣਾ ਹੀ ਨਹੀਂ ਵੀ ਇਹ ਗੱਲ ਹੋ ਸਕਦੀ ਹੈ ਕਿ ਨਹੀਂ। ਅਰਦਾਸ ਕਰਨ ਵਾਲੇ ਨੇ, ਕਿਉਂਕਿ ਉਹਨੇ ਪਿੱਛੇ ਜੇ ਮੇਰੇ ਨਾਲ ਕਿਸ ਤਰ੍ਹਾਂ ਹੋਇਆ ਸੀ ਵੀ ਜਿਹੜੇ ਮੁੱਠੀ 'ਚ ਪੈਸੇ ਦਿੰਦੇ ਨੇ ਉਹਨਾਂ ਦੀਆਂ ਅਰਦਾਸਾਂ ਤੁਸੀਂ ਕਰਦੇ ਹੋ। ਸੋ ਭਲੀ ਗੱਲ ਏ, ਅਰਦਾਸ ਤੁਸੀਂ ਪੈਸੇ ਦੇ ਕੇ ਕਰਵਾਉਂਦੇ ਹੋ, ਤੁਸੀਂ ਮਾੜਾ ਨਹੀਂ ਕਰਦੇ, ਚੰਗਾ ਹੀ ਕਰਦੇ ਹੋ, ਕਿਸੇ ਦੀ ਉਪਜੀਵਕਾ ਚੱਲਦੀ ਏ। ਪਰ ਗੁਰਮਤਿ ਦਾ ਇਹ ਸਿਧਾਂਤ ਨਹੀਂ ਹੈ। ਇਹ ਕਲੀਅਰ ਕਰਨਾ ਚਾਹੁੰਦਾ ਮੈਂ, ਚਾਹੇ ਮੈਂ ਹੋਵਾਂ ਤੇ ਚਾਹੇ ਮੇਰੀ ਜਗ੍ਹਾ ਕੋਈ ਹੋਰ ਹੋਵੇ। ਇਹ ਗੁਰਮਤਿ ਦਾ ਸਿਧਾਂਤ ਬਿਲਕੁਲ ਨਹੀਂ ਹੈ ਕਿਸੇ ਨੂੰ ਪੈਸੇ ਦੇ ਕੇ ਅਰਦਾਸ ਕਰਾਉਣ ਦਾ। ਇਹ ਕਿੱਥੋਂ ਗੱਲ ਚੱਲੀ ਮੈਂ ਤੁਹਾਡੇ ਨਾਲ ਉਹ ਵੀ ਸਾਂਝੀ ਕਰਾਂਗਾ ਵੀ ਇਹ ਜਿਹੜੇ ਪੈਸੇ ਦੇ ਕੇ, ਕਈ ਵਾਰੀ ਅਰਦਾਸ ਕਰਦਿਆਂ ਲੋਕ ਮੁੱਠ ਵਿੱਚ ਲਿਆ ਕੇ ਪੈਸੇ ਫੜਾਉਂਦੇ ਨੇ। ਤੁਸੀਂ ਕੀ ਸਮਝਦੇ ਹੋ ਕਿ ਉਸ ਵਕਤ ਜਿਹੜਾ ਬੰਦਾ ਅਰਦਾਸ ਕਰਦਾ ਉਹਦਾ ਧਿਆਨ ਲੱਗਾ ਰਹੇਗਾ ਅਰਦਾਸ ਵਿੱਚ? ਜਦੋਂ ਤੁਸੀਂ ਉਹਦੀ ਮੁੱਠ ਵਿੱਚ ਪੈਸੇ ਪਾ ਰਹੇ ਹੋ, ਪਹਿਲੀ ਗੱਲ ਤੇ ਉਹਦਾ ਧਿਆਨ ਉਹ ਜਦੋਂ ਤੁਸੀਂ ਮੁੱਠ ਤੇ ਹੱਥ ਲਾਓਗੇ ਉਦੋਂ ਹੀ ਉਖੜ ਜਾਏਗਾ। ਪਹਿਲੀ ਗੱਲ ਤੇ ਹੈ ਕਿ ਜੁੜਦਾ ਹੀ ਨਹੀਂ। ਜੇ ਜੁੜਿਆ ਵੀ ਹੋਏਗਾ ਤੇ ਉਦੋਂ ਉਖੜ ਜਾਏਗਾ, ਤੇ ਐਸਾ ਉਖੜੇਗਾ ਉਹ ਕਈ ਵਾਰੀ ਸੋਚੇਗਾ ਵੀ ਪਤਾ ਨਹੀਂ ਇਹ ਕਿੰਨੇ ਨੇ ਜਿਹੜੇ ਮੇਰੀ ਮੁੱਠ 'ਚ ਪਾ ਗਿਆ ਭਾਈ, ਹੈ ਨਾ। ਇਸ ਤਰ੍ਹਾਂ ਹੀ ਮਨ ਦੇ ਵਿੱਚ ਚੱਲਦਾ ਰਹੇਗਾ, ਪੂਰੀ ਅਰਦਾਸ ਇਸ ਤਰ੍ਹਾਂ ਹੀ ਲੰਘ ਜਾਏਗੀ। ਇਹਦਾ ਕੋਈ ਲਾਭ ਨਹੀਂ, ਨਾ ਤੁਹਾਨੂੰ ਨਾ ਉਹਨੂੰ, ਕਿਸੇ ਨੂੰ ਕੁਛ ਨਹੀਂ ਹੋਣ ਵਾਲਾ। ਸੋ ਤੁਸੀਂ ਆ ਕੇ ਆਖਿਆ ਵੀ ਅਰਦਾਸ ਕਰਦੇ ਵੀ ਅੱਜ ਰਾਤ ਨਾ ਪਵੇ, ਉਹਨੇ ਨਹੀਂ ਸੋਚਣਾ, ਉਹਨੇ ਆਖਣਾ ਚਲੋ ਮੈਂ ਕਰ ਦੇਣਾ, ਕਿਉਂਕਿ ਚਲੋ ਉਹਦਾ ਕਿੱਤਾ ਹੈ ਵਿਚਾਰੇ ਦਾ, ਉਹਨੇ ਕਰ ਦੇਣੀ ਹੈ। ਕੀ ਅਸੀਂ ਇਹ ਜਾਇਜ਼ ਮੰਗ ਰਹੇ ਹਾਂ? ਇਹ ਅਸੀਂ ਖੁਦ ਸੋਚੀਏ। ਜੇ ਉਹ ਬੰਦਾ ਅੱਗੋਂ ਸਿਆਣਾ ਨਿਕਲੇ ਤੇ ਉਹ ਆਖੇ ਵੀ ਨਹੀਂ ਇਹ ਗੱਲ ਹੋਣ ਵਾਲੀ ਨਹੀਂ, ਵੀ ਇਹ ਅਰਦਾਸ ਮੇਰੇ ਤੋਂ ਨਾ ਕਰਾਓ, ਤੇ ਤੁਸੀਂ ਆਖੋਗੇ ਚਲੋ ਅਸੀਂ ਨਾਲ ਇੱਕ ਅਖੰਡ ਪਾਠ ਕਰਾ ਦਾਂਗੇ, ਜਾਂ ਅਸੀਂ ਲੰਗਰ ਕਰਾ ਦਾਂਗੇ, ਅਸੀਂ ਘਰੇ ਕੀਰਤਨ ਕਰਵਾਵਾਂਗੇ, ਤੂੰ ਰੱਬ ਨੂੰ ਕਹਿ ਦੇ ਕਿ ਅੱਜ ਰਾਤ ਨਾ ਪਾਏ।
ਇਹ ਗੱਲ ਤੁਸੀਂ ਲੱਖ ਅਖੰਡ ਪਾਠ ਕਰਾ ਲਓ, ਲੱਖ ਲੰਗਰ ਕਰਾ ਲਓ, ਜਿੰਨੇ ਮਰਜ਼ੀ ਪੈਸੇ ਖਰਚ ਲਓ, ਇਹ ਗੱਲ ਨਹੀਂ ਹੋਣ ਵਾਲੀ। ਇਹ ਰੱਬੀ ਕਾਨੂੰਨ ਹੈ, ਰੱਬੀ ਸਿਧਾਂਤ ਹੈ, ਉਹ ਥੋੜ੍ਹੀ ਟੁੱਟੇਗਾ। ਫਿਰ ਸਾਨੂੰ ਕਰਨਾ ਕੀ ਚਾਹੀਦਾ? ਉਹਦੇ ਬਦਲ ਵਿੱਚ ਵੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਕਰਨਾ ਕੀ ਹੈ। ਨਜਾਇਜ਼ ਮੰਗ ਬਿਲਕੁਲ ਨਹੀਂ ਮੰਗਣੀ। ਸਾਨੂੰ ਮੰਗਣ ਵਾਲਿਆਂ ਨੂੰ ਤੇ ਅਰਦਾਸ ਕਰਨ ਵਾਲੇ ਨੂੰ, ਦੋਵਾਂ ਧਿਰਾਂ ਨੂੰ ਪਤਾ ਹੋਣਾ ਚਾਹੀਦਾ ਹੈ ਜਾਇਜ਼ ਕੀ ਹੈ। ਇਹਦੇ ਬਦਲੇ ਅਸੀਂ ਇਹ ਰੱਬ ਜੀ ਨੂੰ ਆਖੀਏ ਕਿ ਮੈਂ ਰਾਤ ਦੇ ਹਨੇਰੇ ਵਿੱਚ ਜਾਣਾ ਹੈ ਕਿਤੇ, ਮੇਰੀ ਮਾਲਕ ਜੀ ਅੰਗ ਸੰਗ ਹੋ ਕੇ ਸਹਾਇਤਾ ਕਰੀ, ਮੈਂ ਸੁੱਖ ਸਾਂਦ ਨਾਲ ਆਪਣੀ ਮੰਜ਼ਿਲ 'ਤੇ ਪਹੁੰਚ ਜਾਵਾਂ, ਇਹ ਮੇਰੇ 'ਤੇ ਤੂੰ ਦਇਆ ਕਰ। ਤੇ ਰੱਬ ਜ਼ਰੂਰ ਕਰੇਗਾ, ਕਿਉਂ ਨਹੀਂ ਕਰੇਗਾ? ਇਹ ਜਾਇਜ਼ ਮੰਗ ਹੈ ਤੁਹਾਡੀ, ਇਹ ਪੂਰੀ ਕਰੇਗਾ ਉਹ। ਤੇ ਇਹ ਵੀ ਮੰਗ ਕਿਸੇ ਗੁਰਦੁਆਰੇ ਦੇ, ਕਿਸੇ ਮੰਦਰ ਦੇ, ਕਿਸੇ ਮਸੀਤ ਦੇ ਪੁਜਾਰੀ ਤੋਂ ਕਰਵਾਉਣ ਦੀ ਲੋੜ ਨਹੀਂ। ਇਹ ਵੀ ਤੁਸੀਂ ਖੁਦ ਆਖੋ, ਤੁਹਾਡੀ ਜ਼ਿਆਦਾ ਸੁਣੇਗਾ, ਸਾਡੀ ਨਹੀਂ ਸੁਣੇਗਾ, ਕਿਉਂਕਿ ਅਸੀਂ ਇਸ ਨੂੰ ਕਿੱਤਾ ਬਣਾਇਆ ਹੋਇਆ ਹੈ। ਤੁਹਾਡੀ ਗੱਲ ਸੁਣ ਕੇ ਤੁਹਾਨੂੰ ਰੱਬ ਜੀ ਠੀਕ ਢੰਗ ਨਾਲ ਤੁਹਾਡੀ ਸਹਾਇਤਾ ਕਰਨਗੇ, ਤੁਸੀਂ ਆਪਣੀ ਮੰਜ਼ਿਲ 'ਤੇ ਜ਼ਰੂਰ ਪਹੁੰਚ ਜਾਓਗੇ। ਰੱਬ ਨਾਲ ਸੌਦੇਬਾਜ਼ੀ ਕਰਨ ਦੀ ਬਿਲਕੁਲ ਜ਼ਰੂਰਤ ਨਹੀਂ। ਸੋ ਇਹ ਭਗਤ ਜੀ, ਮੈਂ ਇੱਕ ਦਿਨ ਪਿੱਛੇ ਕਿਸੇ ਨਾਲ ਗੱਲ ਕਰਦਾ ਸੀ ਤੇ ਉਹ ਕਹਿ ਰਹੇ ਸੀ ਕਿ ਇਹਦੇ 'ਤੇ ਦਾਲ ਰੋਟੀ ਮੰਗੀ, ਹੋਰ ਤੇ ਕੋਈ ਗੱਲ ਨਹੀਂ। ਅਸੀਂ ਆਹ ਚੀਜ਼ਾਂ ਕਿਵੇਂ ਸਮਝਾਂਗੇ ਕਿ ਸਾਡੀਆਂ ਜਾਇਜ਼ ਲੋੜਾਂ ਅਸੀਂ ਰੱਬ ਜੀ ਤੋਂ ਮੰਗਣੀਆਂ ਨੇ, ਔਰ ਜਿਹੜੀਆਂ ਨਜਾਇਜ਼ ਨੇ ਗੱਲਾਂ ਉਹ ਅਸੀਂ ਹਰ ਹਾਲਤ ਵਿੱਚ ਨਹੀਂ ਕਰਨੀਆਂ। ਡਾਕਟਰਾਂ ਨੇ ਇੱਕ ਭਾਈ ਪਿੱਛੇ ਜਿਹੇ 5-6 ਮਹੀਨਿਆਂ ਦੀ ਗੱਲ ਏ, ਉਹ ਮਸ਼ੀਨ 'ਤੇ ਪਾਇਆ ਸੀ ਉਹਨੂੰ, ਤੇ ਡਾਕਟਰਾਂ ਨੇ ਆਖਿਆ ਵੀ ਇਹਦੇ 1-2 ਘੰਟੇ ਨੇ, ਹੋਰ ਇਸ ਤੋਂ ਵੱਧ ਇਹ ਨਹੀਂ ਕੱਢਣ ਵਾਲਾ। ਜਿਵੇਂ ਹੀ ਅਸੀਂ ਇਹਨੂੰ ਮਸ਼ੀਨ ਤੋਂ ਉਤਾਰਾਂਗੇ ਇਹ ਚਲਾ ਜਾਏਗਾ। ਸਵਾਸ ਇਹਦੇ ਸਿਰਫ ਮਸ਼ੀਨ ਨਾਲ ਚੱਲ ਰਹੇ ਨੇ, ਇਹਦੇ ਆਪਣੇ ਨਹੀਂ ਚੱਲ ਰਹੇ। ਉਹਦੇ ਪਰਿਵਾਰ ਦੇ ਲੋਕ ਮੈਨੂੰ ਕਹਿ ਰਹੇ ਨੇ ਕਿ ਤੂੰ ਅਰਦਾਸ ਕਰ ਇਹਦੀ ਤੰਦਰੁਸਤੀ ਲਈ, ਇਹਦੀ ਲੰਮੀ ਆਯੂ ਲਈ। ਮੈਂ ਕਿਹਾ ਵੀ ਡਾਕਟਰ ਨਾਲੋਂ ਤੇ ਮੈਂ ਸਿਆਣਾ ਨਹੀਂ ਆ ਨਾ ਜ਼ਿਆਦਾ। ਜੋ ਡਾਕਟਰ ਕਹਿ ਰਿਹਾ ਉਹ ਗੱਲ ਤੁਸੀਂ ਮੰਨਦੇ ਕਿਉਂ ਨਹੀਂ? ਵੀ ਮੈਨੂੰ ਤੁਸੀਂ ਮਜਬੂਰ ਕਰ ਰਹੇ ਹੋ। ਮੈਂ ਇਹੋ ਜਿਹੀ ਅਰਦਾਸ ਬਿਲਕੁਲ ਨਹੀਂ ਕਰਨਾ ਚਾਹਾਂਗਾ। ਹਾਂ, ਮੈਂ ਇਹਦੀ ਆਤਮਾ ਦੇ ਭਲੇ ਲਈ ਅਰਦਾਸ ਕਰ ਸਕਦਾ। ਜੋ ਜਾਇਜ਼ ਮੰਗ ਹੈ ਉਹ ਅਸੀਂ ਰੱਬ ਤੋਂ ਮੰਗ ਸਕਦੇ ਹਾਂ, ਪਰ ਨਜਾਇਜ਼ ਮੰਗ, ਇਹ ਤੇ ਆਵਣ ਜਾਣ ਇਹ ਖੇਲ ਬਣਾਇਆ ਨਾ ਮਾਲਕ ਨੇ। ਜਿਹਨੇ ਜਨਮ ਲਿਆ ਹੈ ਉਹਨੇ ਮਰਨਾ ਹੈ, ਤੇ ਮਰਨ ਦਿਓ, ਖੁਸ਼ੀ ਖੁਸ਼ੀ ਮਰਨ ਦਿਓ, ਕਿਉਂ ਰੋਂਦੇ ਹੋ ਪਏ? ਜਾਇਜ਼ ਮੰਗਾਂ ਸਾਨੂੰ ਮੰਗਣੀਆਂ ਚਾਹੀਦੀਆਂ, ਨਜਾਇਜ਼ ਮੰਗ ਸਾਨੂੰ ਕਦੇ ਨਹੀਂ ਮੰਗਣੀ ਚਾਹੀਦੀ। ਇੱਕ ਗੱਲ ਏ, ਤੇ ਇਹ ਸ਼ਬਦ ਵਿੱਚੋਂ ਦੂਜੀ ਗੱਲ ਏ, ਆਪ ਮੰਗਣਾ ਹੈ। ਇੱਥੇ ਜਿਹੜਾ ਮੰਗੋ ਸ਼ਬਦ ਹੈ ਨਾ, ਦਾਲ ਸੀਧਾ ਮੰਗੋ ਕੀਓ, ਇਹ ਜਿਹੜਾ ਮੰਗੋ ਸ਼ਬਦ ਹੈ ਫਸਟ ਪਰਸਨ ਲਈ ਵਰਤਿਆ ਜਾਂਦਾ ਹੈ। ਮੈਂ ਮੰਗਦਾ ਹਾਂ, ਇਹਦਾ ਮਤਲਬ ਇਹ ਆ। ਹੁਣ ਭਗਤ ਧੰਨਾ ਜੀ ਆਖਦੇ ਨੇ, ਹੇ ਵਾਹਿਗੁਰੂ ਜੀ, ਮੈਂ ਤੇਰੇ ਦਰ ਤੋਂ ਮੰਗਦਾ ਹਾਂ। ਅਸੀਂ ਪਿੱਛੇ ਭਗਤ ਧੰਨਾ ਜੀ ਦੇ ਜੀਵਨ ਵਿੱਚ ਪੜ੍ਹਿਆ, ਸੁਣਿਆ, ਮੂਵੀ ਵੇਖੀ, ਬਹੁਤ ਕੁਝ ਹੋਇਆ। ਜਿਸ ਬ੍ਰਾਹਮਣ ਤੋਂ ਭਗਤ ਜੀ ਨੇ ਉਹ ਪੱਥਰ ਦਾ ਵੱਟਾ, ਜਿਹਨੂੰ ਉਹ ਠਾਕਰ ਕਹਿ ਰਿਹਾ ਸੀ, ਲਿਆਂਦਾ ਹੋਏਗਾ, ਭਗਤ ਧੰਨਾ ਜੀ ਉਸ ਬ੍ਰਾਹਮਣ ਕੋਲ ਵੀ ਤੇ ਜਾ ਹੀ ਸਕਦੇ ਸਨ ਕਿ ਵੀ ਮੈਨੂੰ ਦਾਲ ਰੋਟੀ ਦੀ ਲੋੜ ਹੈ, ਕੱਪੜੇ ਲੀੜੇ ਦੀ ਲੋੜ ਹੈ, ਤੂੰ ਮੇਰੇ ਲਈ ਅਰਦਾਸ ਕਰ। ਪਰ ਧੰਨਾ ਜੀ ਉਹਦੇ ਕੋਲ ਤਾਂ ਨਹੀਂ ਗਏ। ਇੱਥੇ ਤੇ ਉਹ ਕਹਿ ਰਹੇ ਨੇ ਮੈਂ ਮੰਗਦਾ ਹਾਂ। ਸੋ ਦੂਸਰਾ ਸਿਧਾਂਤ ਇਸ ਦੂਸਰੇ ਬੰਦ ਵਿੱਚੋਂ ਇਹ ਸਾਹਮਣੇ ਆਉਂਦਾ ਹੈ ਕਿ ਆਪ ਮੰਗਣਾ ਹੈ ਤੇ ਜਾਇਜ਼ ਮੰਗ ਮੰਗਣੀ ਹੈ, ਨਜਾਇਜ਼ ਮੰਗ ਨਹੀਂ ਸਾਡੀ ਹੋਣੀ ਚਾਹੀਦੀ। ਜਿਹੜੇ ਵਿੱਚ ਰੱਬੀ ਸਿਧਾਂਤ ਨੂੰ ਠੋਕਰ ਲੱਗਦੀ ਹੋਵੇ, ਰੱਬੀ ਸਿਧਾਂਤ ਵਿਗੜਦਾ ਹੋਵੇ, ਉਹ ਸਾਡੀ ਅਰਦਾਸ ਨਾਲ ਕਦੇ ਪੂਰਾ ਨਹੀਂ ਹੋਣ ਵਾਲਾ। ਹੁਣ ਆਖਦੇ ਨੇ, ਦਾਲ ਸੀਧਾ ਮੰਗੋ ਕੀਓ, ਮੈਂ ਤੇਰੇ ਦਰ ਦਾ ਭਿਖਾਰੀ ਹਾਂ, ਮੈਂ ਤੇਰੇ ਦਰ ਦਾ ਮੰਗਤਾ ਹਾਂ, ਤੇ ਮੈਂ ਸਿੱਧੀ ਤੇਰੇ ਨਾਲ ਗੱਲ ਕਰਦਾ, ਮੈਂ ਤੇਰੇ ਤੋਂ ਮੰਗਦਾ ਹਾਂ, ਮੈਨੂੰ ਇਹਨਾਂ ਚੀਜ਼ਾਂ ਦੀ ਜ਼ਰੂਰਤ ਹੈ। ਔਰ ਕੁਝ ਇਤਿਹਾਸਕਾਰਾਂ ਨੇ ਐਸਾ ਲਿਖਿਆ ਕਿ ਭਗਤ ਧੰਨਾ ਜੀ ਅਜੇ ਛੋਟੀ ਉਮਰ ਵਿੱਚ ਸਨ ਜਦੋਂ ਉਹ ਭਗਤੀ ਦੇ ਸਿਖਰ ਨੂੰ ਛੂਹ ਗਏ ਸਨ, ਸੰਤਾਂ ਦੀ, ਮਹਾਂਪੁਰਸ਼ਾਂ ਦੀ ਸੰਗਤ ਕਰਕੇ। ਉਹਨਾਂ ਦਾ ਅਜੇ ਵਿਆਹ ਵੀ ਨਹੀਂ ਸੀ ਹੋਇਆ, ਕਿਉਂਕਿ ਇਸੇ ਸ਼ਬਦ ਵਿੱਚ ਉਹਨਾਂ ਨੇ ਘਰ ਕੀ ਗੀਹਨ ਵੀ ਮੰਗੀ ਹੋਈ ਹੈ। ਜੇ ਵਿਆਹ ਹੋਇਆ ਹੁੰਦਾ ਫਿਰ ਦੁਬਾਰਾ ਤਾਂ ਨਹੀਂ ਸੀ ਨਾ ਮੰਗਣੀ। ਉਹ
ਹੁਣ ਮੰਗ ਰਹੇ ਨੇ। ਇਹਦਾ ਮਤਲਬ ਇਹ ਉਹ ਭਗਤ ਪਹਿਲਾਂ ਬਣ ਚੁੱਕੇ ਨੇ ਤੇ ਆਹ ਚੀਜ਼ਾਂ ਬਾਅਦ ਵਿੱਚ ਉਹਨਾਂ ਨੂੰ ਚਾਹੀਦੀਆਂ ਸਨ। ਤੇ ਇਹ ਵੀ ਗੱਲ ਲਿਖੀ ਮਿਲਦੀ ਏ ਕਿ ਜਦੋਂ ਭਗਤ ਜੀ ਸੰਤਾਂ ਮਹਾਂਪੁਰਸ਼ਾਂ ਦੀ ਸੰਗਤ ਵਿੱਚ ਜਾਣ ਲੱਗ ਪਏ ਤੇ ਉਹ ਘਰ ਦੇ ਕੰਮ ਵੱਲ ਧਿਆਨ ਘੱਟ ਦਿੰਦੇ ਸਨ। ਇਹ ਕੁਦਰਤੀ ਗੱਲ ਹੋ ਜਾਂਦਾ ਇਸ ਤਰ੍ਹਾਂ। ਉਹ ਹੁਣ ਧਿਆਨ ਘੱਟ ਦਿੰਦੇ ਨੇ ਘਰ ਦੇ ਕੰਮਾਂ ਵੱਲ ਤੇ ਘਰਦਿਆਂ ਨੇ ਉਹਨੂੰ ਵੱਖਰਾ ਕਰ ਦਿੱਤਾ। ਜ਼ਿਮੀਂਦਾਰਾਂ ਵਿੱਚ ਇਹ ਆਮ ਹੁੰਦਾ ਹੈ ਵੀ ਜੇ ਬੱਚਾ ਕੰਮ ਨਾ ਕਰੇ ਤੇ ਉਹਨੂੰ ਵੱਖਰਾ ਕਰ ਦਿਓ, ਆਪੇ ਆਪਣਾ ਕਰੇ ਤੇ ਖਾਏ। ਇੱਥੇ ਤੇ ਚਲੋ ਬੱਚੇ ਪਹਿਲਾਂ ਹੀ ਵੱਖਰੇ ਹੀ ਹੋਏ ਹੁੰਦੇ ਨੇ, ਸਕੂਲ ਕੀਤਾ ਤੇ ਗਏ। ਉੱਥੇ ਕਰਨਾ ਪੈਂਦਾ ਸੀ ਉਦੋਂ ਵੱਖਰਿਆਂ। ਉਹਨਾਂ ਨੇ ਵੱਖਰਾ ਕਰ ਦਿੱਤਾ ਤੇ ਵੱਖਰਾ ਕਰਕੇ ਜ਼ਮੀਨ ਉਹ ਦਿੱਤੀ ਜਿਹੜੀ ਬੰਜਰ ਕਿਸਮ ਦੀ ਸੀ, ਜਿਹਦੇ ਵਿੱਚ ਕੋਈ ਉਪਜਾਊ ਸ਼ਕਤੀ ਨਹੀਂ ਸੀ। ਭਗਤ ਜੀ ਨੇ ਇੱਥੇ ਉਹ ਵੀ ਗੱਲ ਕਰਨੀ ਹੈ ਕਿ ਮੈਂ 7 ਸੀਆਂ ਵਾਲੀ ਪੈਲੀ ਦਾ ਪਦਾਰਥ ਅੰਨ ਮੰਗਦਾ ਤੇਰੇ ਤੋਂ। ਸੋ ਇਹ 2-3 ਗੱਲਾਂ ਉਹਨਾਂ ਦੇ ਜੀਵਨ ਵਿੱਚ ਵਾਪਰੀਆਂ ਛੋਟੀ ਉਮਰ ਵਿੱਚ। ਉਹ ਆਖਦੇ ਨੇ ਜਦੋਂ ਉਹਨਾਂ ਨੂੰ ਬੰਜਰ ਦੀ ਜ਼ਮੀਨ ਦੇ ਦਿੱਤੀ, ਉਹਦੇ ਵਿੱਚੋਂ ਕੁਛ ਪੈਦਾਵਾਰ ਨਹੀਂ ਸੀ ਹੋ ਰਹੀ ਤੇ ਉਹਨਾਂ ਨੂੰ ਜ਼ਰੂਰਤ ਸੀ ਤੇ ਉਹ ਕਹਿੰਦੇ ਨੇ, ਹੇ ਵਾਹਿਗੁਰੂ, ਮੈਂ ਤੇਰੇ ਦਰ ਦਾ ਮੰਗਤਾ ਤੇਰੇ ਦਰ ਤੋਂ ਮੰਗਣ ਆਇਆ ਤੇ ਮੇਰੀ ਕੋਈ ਨਜਾਇਜ਼ ਮੰਗ ਨਹੀਂ ਹੈ। ਜਾਇਜ਼ ਮੇਰੀਆਂ ਮੰਗਾਂ ਨੇ। ਮੈਨੂੰ ਦਾਲ ਚਾਹੀਦੀ ਹੈ ਤੇ ਸਿੱਧਾ ਮੈਨੇ ਆਟਾ। ਦਾਲ ਤੇ ਆਟਾ ਚਾਹੀਦਾ ਹੈ ਤੇ ਨਾਲ ਥੋੜ੍ਹਾ ਬਹੁਤਾ ਘਿਓ ਚਾਹੀਦਾ, ਕਿਉਂਕਿ ਜ਼ਿਮੀਂਦਾਰ ਬੰਦਾ ਸਾਰਾ ਦਿਨ ਜਿਹਨੇ ਕੰਮ ਕਰਨਾ, ਹਲ ਚਲਾਉਣਾ, ਕਹੀ ਚਲਾਉਣੀ ਹੈ, ਉਹਨੂੰ ਖੁਰਾਕ ਦੀ ਲੋੜ ਹੈ। ਹਮਰਾ ਖੁਸ਼ੀ ਕਰੈ ਨਿਤ ਜੀਓ। ਉਹ ਚੀਜ਼ਾਂ ਮੈਨੂੰ ਦੇ ਜਿਹੜੀਆਂ ਮੇਰੇ ਚਿੱਤ ਨੂੰ ਹਰ ਵਕਤ ਪ੍ਰਸੰਨ ਰੱਖਦੀਆਂ ਨੇ। ਦਾਲ ਰੋਟੀ ਪੁਰਾਣੇ ਸਮੇਂ 'ਚ ਬੜੀ ਵਧੀਆ ਚੀਜ਼ ਸੀ। ਪਨੀਆਂ ਛਾਦਨ ਨੀਕਾ। ਪਨੀਆਂ ਮੈਨੇ ਜੁੱਤੀ, ਛਾਦਨ ਮੈਨੇ ਕੱਪੜਾ, ਨੀਕਾ ਮੈਨੇ ਚੰਗਾ। ਹੇ ਵਾਹਿਗੁਰੂ ਜੀ, ਮੈਂ ਤੇਰੇ ਤੋਂ ਇਹ ਵੀ ਮੰਗਦਾ ਕਿ ਮੈਨੂੰ ਜੁੱਤੀ ਦੀ ਵੀ ਲੋੜ ਹੈ ਪੈਰੀਂ ਪਾਉਣ ਲਈ ਤੇ ਤਨ ਢੱਕਣ ਲਈ ਕੱਪੜਿਆਂ ਦੀ ਵੀ ਲੋੜ ਹੈ। ਤੇ ਕਿਰਪਾ ਕਰਕੇ ਜੇ ਦੇਂਗਾ ਤੇ ਚੰਗੇ ਦੇਈਂ, ਮਾੜੇ ਨਾ ਦੇਈਂ। ਇੰਨੀ ਕੁ ਮੇਰੀ ਮੰਨ ਲਈ। ਅਨਾਜ ਮੰਗੋ 7 ਸੀਂ ਕਾ। 7 ਸੀਂ ਜ਼ਿਮੀਂਦਾਰੇ ਨਾਲ ਸੰਬੰਧਿਤ ਲੋਕ ਸਮਝਦੇ ਹੋਣ ਇਸ ਗੱਲ ਨੂੰ। ਜਦੋਂ ਜ਼ਿਮੀਂਦਾਰ ਪੈਲੀ ਵਾਹੁੰਦੇ ਨੇ, ਉਹ ਇੱਕ ਵਾਰੀ ਪੂਰੀ ਪੈਲੀ ਵਾਹ ਲੈਣ, ਸੁਹਾਗਾ ਮਾਰਦੇ ਨੇ ਤੇ ਉਹਨੂੰ ਆਂਦੇ ਨੇ 1 ਸੀਂ ਲੱਗ ਗਈ ਹੈ ਖੇਤਾਂ ਨੂੰ। ਫਿਰ ਦੁਬਾਰਾ ਵਾਹੁਣ, ਤੀਜੀ ਵਾਰੀ ਵਾਹੁਣ, ਚੌਥੀ ਵਾਰੀ ਵਾਹੁਣ, 7 ਵਾਰੀ ਵਾਹੁਣ ਤੇ ਉਹਨੂੰ ਆਂਦੇ ਨੇ 7 ਸੀਆਂ ਲਾਈਆਂ ਅਸੀਂ ਪੈਲੀ ਨੂੰ। ਤੇ 7 ਸੀਆਂ ਜਦੋਂ ਜ਼ਮੀਨ ਨੂੰ ਲੱਗ ਜਾਂਦੀਆਂ ਨੇ, ਉਹ ਬੜੀ ਵਧੀਆ ਜ਼ਮੀਨ ਬਣ ਜਾਂਦੀ ਏ। ਉਹਦੇ ਵਿੱਚ ਕੋਈ ਵਾਧੂ ਚੀਜ਼ ਨਹੀਂ ਰਹਿੰਦੀ, ਡਲੇ ਮਿੱਟੀ ਸਭ ਬਰਾਬਰ ਹੋ ਜਾਂਦਾ। ਤੇ ਹੁਣ ਉਹਦੇ ਵਿੱਚ ਜਿਹੜਾ ਬੀਜ ਬੀਜਿਆ ਜਾਏਗਾ, ਉਸ ਜ਼ਮੀਨ ਵਿੱਚ ਜਿਹੜੀ ਇੰਨੀ ਵਧੀਆ ਕਿਸਮ ਨਾਲ ਬਣਾ ਸੰਵਾਰ ਕੇ ਜ਼ਿਮੀਂਦਾਰ ਨੇ ਖੇਤ ਤਿਆਰ ਕੀਤਾ, ਉਹਦੇ ਵਿੱਚ ਜਿਹੜਾ ਵੀ ਬੀਜ ਬੀਜਿਆ ਜਾਏਗਾ ਉਹ ਕਈ ਗੁਣਾ ਵਧੇਰੇ ਪ੍ਰਫੁੱਲਤ ਹੋਏਗਾ। ਹੁਣ ਭਗਤ ਜੀ ਆਖਦੇ ਨੇ ਕਿ ਜਿਹੜੀ ਮੇਰੇ ਘਰਦਿਆਂ ਨੇ ਮੈਨੂੰ ਜ਼ਮੀਨ ਦਿੱਤੀ ਉਹ ਤੇ ਬੰਜਰ ਕਿਸਮ ਦੀ ਸੀ, ਪਈ ਸੀ ਐਵੇਂ ਵਾਧੂ, ਕਦੀ ਉਹਦੇ 'ਚ ਕੁਝ ਬੀਜਿਆ ਨਹੀਂ ਸੀ, ਕਦੀ ਕੁਝ ਹੋਇਆ ਨਹੀਂ ਸੀ। ਉਹਨਾਂ ਨੇ ਮੈਨੂੰ ਦੇ ਦਿੱਤੀ ਏ। ਹੁਣ ਤੂੰ ਮੈਨੂੰ ਹਿੰਮਤ ਦੇ ਕਿ ਮੈਂ ਉਸ ਜ਼ਮੀਨ ਨੂੰ ਚੰਗੀ ਤਰ੍ਹਾਂ ਵਾਹ ਬਣਾ ਸਵਾਰ ਸਕਾਂ। ਤੇ ਜਦੋਂ ਜ਼ਮੀਨ ਵਾਹ ਬਣਾ ਕੇ ਸਵਾਰ ਕੇ ਮੈਂ ਉਹਦੇ 'ਚ ਬੀਜ ਬੀਜਾਂ ਤੇ ਤੂੰ ਇਹ ਰਹਿਮਤ ਕਰੀ ਵੀ ਉਹ ਚੰਗਾ ਅਨਾਜ ਪ੍ਰਫੁੱਲਤ ਹੋਵੇ। ਇਹ ਤੇ ਜਾਇਜ਼ ਮੰਗ ਹੈ, ਕੋਈ ਨਜਾਇਜ਼ ਨਹੀਂ। ਸੋ ਭਗਤ ਜੀ ਆਖਦੇ ਨੇ, ਆਹ ਚੀਜ਼ਾਂ ਮੇਰੀਆਂ ਜ਼ਰੂਰਤਾਂ ਨੇ, ਲੋੜਾਂ ਨੇ, ਮੈਂ ਤੇਰੇ ਦਰ ਤੋਂ ਮੰਗਣ ਲਈ ਆਇਆ ਤੇ ਤੂੰ ਕਿਰਪਾ ਕਰਕੇ ਇਹ ਚੀਜ਼ਾਂ ਮੈਨੂੰ ਦੇ। ਅਖੀਰ ਵਿੱਚ ਉਹਨਾਂ ਨੇ ਮੰਗਿਆ ਕਿ ਗਊ ਭੈਂਸ ਮੰਗੋ ਲਾਵੇਰੀ। ਮੈਨੂੰ ਗਊ ਚਾਹੀਦੀ ਏ, ਮੱਝ ਚਾਹੀਦੀ ਏ। ਤੇ ਲਵੇਰੀ ਸ਼ਬਦ ਹੁੰਦਾ ਜਿਹੜੀ ਦੁੱਧ ਦਿੰਦੀ ਹੋਵੇ। ਮੱਝਾਂ ਗਊਆਂ ਦਾ ਇੱਕ ਵਕਤ ਹੁੰਦਾ ਜਦੋਂ ਉਹ ਦੁੱਧ ਦਿੰਦੀਆਂ ਨੇ, ਇੱਕ ਵਕਤ ਹੁੰਦਾ ਉਹਨਾਂ ਦੇ ਜੀਵਨ ਦਾ ਜਦੋਂ ਦੁੱਧ ਨਹੀਂ ਦਿੰਦੀਆਂ। ਮੈਨੂੰ ਦੁੱਧ ਨਾ ਦੇਣ ਵਾਲੀਆਂ ਨਹੀਂ ਚਾਹੀਦੀਆਂ, ਜਿਹੜੀਆਂ ਦੁੱਧ ਦਿੰਦੀਆਂ ਹੋਣ ਮੈਨੂੰ ਉਹ ਚਾਹੀਦੀਆਂ। ਲਵੇਰੀਆਂ ਗਊਆਂ ਤੇ ਮੱਝਾਂ। ਜ਼ਿਮੀਂਦਾਰਾਂ ਦੇ ਘਰਾਂ ਜਿਨ੍ਹਾਂ ਕੋਲ ਗਊਆਂ ਮੱਝਾਂ ਨਹੀਂ ਸੀ ਹੁੰਦੀਆਂ, ਲੋਕ ਉਹਨੂੰ ਜ਼ਿਮੀਂਦਾਰ ਹੀ ਨਹੀਂ ਸੀ ਮੰਨਦੇ ਹੁੰਦੇ ਵੀ ਇਹਦੇ ਕੋਲ ਗਊ ਮੱਝ ਹੀ ਕੋਈ ਨਹੀਂ, ਇਹ ਕਾਹਦਾ ਜ਼ਿਮੀਂਦਾਰ ਹੈ। ਫਿਰ ਦੁੱਧ ਦੇਣ ਵਾਲੀਆਂ। ਇੱਕ ਤਾਜਨ ਤੁਰੀ ਚੰਗੇਰੀ। ਤਾਜਨ ਦਾ ਅਰਥ ਪ੍ਰੋਫੈਸਰ ਸਾਹਿਬ ਸਿੰਘ ਨੇ ਕੀਤਾ ਹੈ ਅਰਬੀ। ਤੁਰੀ ਮੈਨੇ ਘੋੜੀ, ਅਰਬੀ ਘੋੜੀ, ਭਾਵ ਬਹੁਤ ਵਧੀਆ ਘੋੜੀ, ਅਰਬੀ ਘੋੜੀ ਮੈਨੂੰ ਚੰਗੇਰੀ ਮੈਨੇ ਚੰਗੀ ਚਾਹੀਦੀ ਏ।
ਫਿਰ ਹੁਣ ਕਹਿੰਦੇ ਨੇ ਘਰ ਕੀ ਗੀਹਨ ਚੰਗੀ, ਵੀ ਹੇ ਵਾਹਿਗੁਰੂ ਤੇਰੀ ਦਇਆ ਨਾਲ ਮੇਰੇ ਕੋਲ ਜ਼ਮੀਨ ਜਾਇਦਾਦ ਏ, ਗਊਆਂ ਮੱਝਾਂ ਨੇ, ਪਸ਼ੂ ਪੰਛੀ ਨੇ, ਸਾਰਾ ਕੁਝ ਤੂੰ ਮੈਨੂੰ ਬਹੁਤ ਸੋਹਣਾ ਦਿੱਤਾ। ਮੈਂ ਜ਼ਮੀਨ ਵਾਹ ਬਣਾ ਕੇ ਬੜਾ ਸੋਹਣਾ ਅਨਾਜ ਪੈਦਾ ਕਰਦਾ, ਮੇਰਾ ਘਰ ਬਹੁਤ ਸੋਹਣਾ ਬਣ ਗਿਆ ਹੈ। ਤੇ ਹੁਣ ਘਰ ਨੂੰ ਚਲਾਉਣ ਵਾਸਤੇ ਘਰ ਕੀ ਗੀਹਨ ਚੰਗੀ ਵੀ ਦੇ, ਜਿਹੜੀ ਮੇਰੇ ਘਰ ਨੂੰ ਸਹੀ ਢੰਗ ਨਾਲ ਚਲਾ ਸਕੇ। ਇੱਥੇ ਚੰਗੀ ਤੋਂ ਭਾਵ ਸੁਹੱਪਣ ਨਾਲ ਨਹੀਂ ਹੈ ਸੰਬੰਧ ਇਹਦਾ ਸੰਬੰਧ ਅਕਲ ਨਾਲ ਹੈ ਕਿ ਕੋਈ ਇਹੋ ਜਿਹਾ ਜੀ ਮੈਨੂੰ ਦੇ, ਮੇਰਾ ਸੰਗੀ ਸਾਥੀ ਬਣਾ, ਜਿਹਨੂੰ ਅਕਲ ਹੋਵੇ ਤੇ ਮੇਰੇ ਘਰ ਨੂੰ ਠੀਕ ਢੰਗ ਨਾਲ ਚਲਾ ਸਕੇ। ਜਨ ਧੰਨਾ ਲੇਵੈ ਮੰਗੀ, ਜਨ ਅਸੀਂ ਉੱਤੇ ਵੇਖਿਆ ਕਿ ਅਸੀਂ ਮਾਲਕ ਨਹੀਂ ਬਣਨਾ, ਸੇਵਕ ਬਣਨਾ। ਜਨ ਧੰਨਾ, ਮੈਂ ਤੇਰਾ ਸੇਵਕ ਹਾਂ, ਲੇਵੈ ਮੰਗੀ, ਤੇ ਮੈਂ ਤੇਰੇ ਤੋਂ ਸਿੱਧਾ ਹੀ ਮੰਗ ਕੇ ਲੈਣਾ ਚਾਹੁੰਦਾ। ਮੈਂ ਵਿੱਚ ਵਿਚੋਲੇ ਨਹੀਂ ਪਾਉਣਾ ਚਾਹੁੰਦਾ, ਵਿਚੋਲਿਆਂ ਦੀ ਜ਼ਰੂਰਤ ਨਹੀਂ। ਇਹ ਵਿਚੋਲਪਨਾ ਕਿਵੇਂ ਬਣਿਆ, ਮੈਂ ਤੁਹਾਨੂੰ ਦੱਸਿਆ ਸੀ ਕਿ ਮੈਂ ਇਹਨੂੰ ਥੋੜ੍ਹਾ ਜਿਹਾ ਖੁਲਾਸਾ ਕਰਾਂਗਾ। ਗੁਰਬਾਣੀ ਨੂੰ ਮੈਂ ਪੜ੍ਹਿਆ ਧਿਆਨ ਨਾਲ, ਇਹਦੇ ਵਿੱਚੋਂ ਕਿਤੇ ਵੀ ਐਸਾ ਨਹੀਂ ਲੱਭ ਰਿਹਾ ਕਿ ਅਰਦਾਸ ਕਰਵਾਇਆ ਕਰੋ, ਅਰਦਾਸ ਕਰਿਆ ਕਰੋ, ਬਾਰ-ਬਾਰ ਮਿਲ ਰਿਹਾ ਹੈ। ਅਗਲਾ ਇੱਕ ਸ਼ਬਦ ਮੈਂ ਤੁਹਾਡੇ ਨਾਲ, ਭਾਈ ਸਾਹਿਬ ਅਜੇ ਨਹੀਂ ਆਏ, 1-2 ਮਿੰਟ ਹੋਰ ਕਰਦਾ। ਇਹ 5ਵੇਂ ਪਾਤਸ਼ਾਹ ਜੀ ਦਾ ਸ਼ਬਦ ਹੈ, ਜਿਹਦੇ ਵਿੱਚ 5ਵੇਂ ਪਾਤਸ਼ਾਹ ਆਖਦੇ ਨੇ, ਜਨ ਕੋ ਪ੍ਰਭ ਸੰਗੇ ਅਸਨੇ, ਸਾਜਨੋ ਤੂੰ ਮੀਤ ਮੇਰਾ, ਗ੍ਰਹਿ ਤੇਰਾ ਸਭ ਕੇ। ਹੇ ਵਾਹਿਗੁਰੂ ਤੂੰ ਮੇਰਾ ਮਿੱਤਰ ਹੈ, ਤੂੰ ਮੇਰਾ ਸੱਜਣ ਹੈ, ਤੇ ਮੈਨੂੰ ਪਤਾ ਤੇਰੇ ਘਰ ਵਿੱਚ ਸਾਰੀਆਂ ਹੀ ਨਿਆਮਤਾਂ ਨੇ, ਹਰ ਚੀਜ਼ ਜੋ ਮੰਗੀਏ ਤੇਰੇ ਘਰੋਂ ਮਿਲ ਸਕਦੀ ਏ। ਮਾਨ ਮੰਗੋ ਤਾਨ ਮੰਗੋ, ਇੱਥੇ ਵੀ ਜਿਹੜਾ ਮੰਗੋ ਸ਼ਬਦ ਏ ਇਹ ਆਪਣੇ ਆਪੇ ਲਈ ਮੈਂ ਮੰਗਦਾ ਹਾਂ, ਮੈਂ ਤੇਰੇ ਕੋਲੋਂ ਆ ਚੀਜ਼ਾਂ ਮੰਗਦਾ। ਮਾਨ ਮੰਗੋ ਤਾਨ ਮੰਗੋ, ਧਨ ਲక్ష్ਮੀ ਸੁੱਤ ਦੇ, ਇਹ ਸਾਰੀਆਂ ਚੀਜ਼ਾਂ ਮੈਂ ਤੇਰੇ ਕੋਲੋਂ ਆਪ ਮੰਗਦਾ ਹਾਂ। ਮੈਂ ਕਿਸੇ ਨੂੰ ਨਹੀਂ ਕਹਿੰਦਾ ਕਿ ਮੇਰੇ ਲਈ ਕੋਈ ਜਣਾ ਅਰਦਾਸ ਕਰੇ, ਮੈਂ ਆਪ ਮੰਗਦਾ ਹਾਂ। ਤੂੰ ਕਿਰਪਾ ਕਰਕੇ ਮੈਨੂੰ ਇਹ ਸਾਰੀਆਂ ਚੀਜ਼ਾਂ ਦੀ ਦਾਤ ਬਖਸ਼ਿਸ਼ ਕਰ। ਸੋ ਭਗਤ ਜੀ ਦੇ ਸ਼ਬਦ ਰਾਹੀਂ ਅਸੀਂ ਇਹ ਗੱਲ ਸਮਝ ਲਈ ਕਿ ਮੰਗਣਾ ਕੇਵਲ ਰੱਬ ਤੋਂ ਹੈ, ਕਿਸੇ ਹੋਰ ਵਾਹਿਦ ਹਸਤੀ ਤੋਂ ਨਹੀਂ ਮੰਗਣਾ। ਰੱਬ ਦੀ ਭਗਤੀ ਕਰਨੀ ਹੈ, ਭਗਤੀ ਕਰਕੇ ਸੇਵਕੀ ਭਾਵ ਰੱਖਣਾ ਹੈ, ਦਾਸਾ ਭਾਵ ਰੱਖਣਾ ਹੈ। ਉਸ ਮਾਲਕ ਦੇ ਦਰ ਘਰ ਦੇ ਮਾਲਕ ਬਣਨ ਦੀ ਕੋਸ਼ਿਸ਼ ਨਹੀਂ ਕਰਨਾ ਤੇ ਉਸ ਨੂੰ ਕਦੇ ਹੁਕਮ ਨਹੀਂ ਕਰਨਾ। ਆਪ ਮੰਗਣਾ ਹੈ, ਆਪਣੀ ਜਗ੍ਹਾ ਤੇ ਕਿਸੇ ਹੋਰ ਬੰਦੇ ਨੂੰ ਮੰਗਣ ਲਈ ਖੜਾ ਨਹੀਂ ਕਰਨਾ। ਤੇ ਮੰਗਣਾ ਕੀ ਹੈ, ਜੋ ਸਾਡੀਆਂ ਜ਼ਿੰਦਗੀ ਦੀਆਂ ਲੋੜਾਂ ਨੇ। ਨਜਾਇਜ਼ ਮੰਗ ਨਹੀਂ ਮੰਗਣੀ, ਨਜਾਇਜ਼ ਮੰਗ ਮੰਗਾਂਗੇ ਤੇ ਸ਼ਾਇਦ ਰੱਬ ਜੀ ਕਦੀ ਪੂਰੀ ਵੀ ਨਹੀਂ ਕਰਨਗੇ, ਕਿਉਂਕਿ ਉਹਨੇ ਸਾਡੇ ਲਈ ਆਪਣਾ ਸਿਧਾਂਤ ਨਹੀਂ ਤੋੜਨਾ। ਸੋ ਇਹ ਚੀਜ਼ਾਂ ਅਸੀਂ ਧਿਆਨ ਵਿੱਚ ਰੱਖ ਕੇ, ਇਸ ਭਗਤ ਜੀ ਦੇ ਸ਼ਬਦ ਨੂੰ ਸਾਹਮਣੇ ਰੱਖ ਕੇ ਆਪਣੇ ਜੀਵਨ ਨੂੰ ਜੇ ਸੁਚੱਜੇ ਢੰਗ ਨਾਲ ਜੀਵਨਾ ਚਾਹੀਏ ਤੇ ਇਹਦੇ ਵਿੱਚੋਂ ਸਾਨੂੰ ਬੜੀ ਖੂਬਸੂਰਤ ਸੇਧ ਮਿਲਦੀ ਏ ਕਿ ਅਸੀਂ ਆਪਣੇ ਇਸ ਜੀਵਨ ਨੂੰ ਠੀਕ ਢੰਗ ਨਾਲ ਰੱਬ ਦੇ ਆਰਸ਼ਿਤ ਰਹਿ ਕੇ, ਭਾਵ ਉਹਦੇ ਸਹਾਰੇ ਤੇ ਰਹਿ ਕੇ ਕਿਵੇਂ ਜੀ ਸਕਦੇ ਹਾਂ। ਸੋ ਇੰਨੇ ਬਚਨ ਸਨ ਜੋ ਭਗਤ ਧੰਨਾ ਜੀ ਨੇ ਆਪਣੀ ਪਵਿੱਤਰ ਬਾਣੀ ਵਿੱਚ ਸਾਡੇ ਨਾਲ ਕੀਤੇ ਨੇ, ਸੰਗਤ ਨਾਲ ਕੀਤੇ ਨੇ। ਤੇ ਉਹਨਾਂ ਦੇ ਬਚਨ ਬੜੇ ਸਿੱਧੇ ਜਿਹੇ ਨੇ, ਭਾਈ ਸੰਤਾਂ ਦੀ ਸੰਗਤ ਕਰੋ, ਰੱਬ ਦੀ ਭਗਤੀ ਕਰੋ, ਵਿਕਾਰਾਂ ਦਾ ਤਿਆਗ ਕਰੋ, ਤਨ ਮਨ ਧਨ ਨਹੀਂ ਧੀਰੇ। ਇਹ ਚੀਜ਼ਾਂ ਸਦਾ ਰਹਿਣ ਵਾਲੀਆਂ ਨਹੀਂ, ਇਹਨਾਂ ਦੇ ਮੋਹ ਤੋਂ ਉੱਚਾ ਉੱਠੋ, ਪ੍ਰਭੂ ਦੀ ਭਗਤੀ ਵਿੱਚ ਜੁੜ ਕੇ ਆਪਣੇ ਜੀਵਨ ਨੂੰ ਸਫਲ ਬਣਾਓ। ਸੋ ਭਗਤ ਸਾਹਿਬ ਜੀ ਦੇ ਇਹਨਾਂ ਬਚਨਾਂ ਨੂੰ ਅਸੀਂ ਆਪਣੇ ਹਿਰਦੇ ਵਿੱਚ ਜਗ੍ਹਾ ਦਈਏ, ਪਰਮਾਤਮਾ ਦੀ ਭਗਤੀ ਕਰਕੇ ਆਪਣੇ ਇਸ ਮਨੁੱਖਾ ਜੀਵਨ ਨੂੰ ਸਫਲ ਬਣਾ ਲਈਏ। ਇੰਨੇ ਕੁ ਸ਼ਬਦ ਪ੍ਰਵਾਨ ਕਰਨਾ ਜੀ। ਬੇਅੰਤ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨਾ। ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।